सतपाल जौहल होना ने बहुत ही वधिया काम ਜਿਹੜਾ ਜੀ ਕਰਨਾ ਆਲਰੇਡੀ। ਵੈਸੇ ਦੇਖੋ ਉਹਨਾਂ ਦੀ ਇਸ ਡਿਊਟੀ ਤੋਂ ਬਿਨਾਂ ਵੀ ਪਹਿਲਾਂ ਹੀ ਉਹ ਵਧੀਆ ਕੰਮ ਕਰਦੇ ਆ ਰਹੇ ਸਮਾਜ ਦੇ ਵਿੱਚ ਐਵਰੀ ਵੈਰੀ ਜੋ ਹੈ। ਪਰ ਹੁਣ ਬਤੌਰ ਇਸ ਅਥਾਰਟੀ ਦੇ ਵਿੱਚ ਆਇਆ, ਮੈਂ ਅਥਾਰਟੀ ਸ਼ਬਦ ਜਾਗਰੂਕ ਹੋ ਕੇ ਵਰਤ ਰਿਹਾ ਕਿ ਭਾਵੇਂ ਕਿ ਯੈਸ ਕਿ ਅਫੀਸ਼ੀਏਟਿੰਗ ਉਹ ਤੁਸੀਂ ਉਸ ਸਾਡੇ ਕਹਿ ਜਾਂਦਾ ਨਾ ਜੀ ਪੰਜਾਬ ਦੇ ਵਿੱਚ ਹਰ ਚੀਜ਼ ਨਾਲ ਅਥਾਰਟੀ ਲਗਾ ਦਿੱਤੀ ਜਾਂਦੀ ਹੈ ਕਿ ਉਹਦੀ authority है. So Mr. Satpal Johal is authorized to do certain things which he was not, I am not, nobody else is to do that. बिल्कुल जी, and gladly जी वो उन्होंने अपना काम बहुत पुरजोर ਜਿਹੜਾ ਹੈ ਨਾ ਉਹ ਕਰਨਾ ਸ਼ੁਰੂ ਵੀ ਕਰ ਦਿੱਤਾ। ਔਰ ਤੁਸੀਂ 에ਅਰ ਤੇ ਵੀ ਜਦੋਂ ਹੁਣ ਤੇ ਗੱਲ ਆਪਾਂ ਸ਼ੁਰੂ ਕੀਤੀ, ਪਰ ਫੋਨ ਤੇ ਜਦੋਂ ਆਪਣੀ ਗੱਲ ਹੋਈ ਤੇ ਤੁਸੀਂ ਕਿਹਾ ਕਿ ਮੈਂ ਬਹੁਤ ਇੰਪ੍ਰੈਸਡ ਹਾਂ। ਬਿਨਾਂ ਸ਼ੱਕ ਜੀ ਆਈ ਐਮ ਐਂਡ ਆਈ ਐਮ ਸੇਇੰਗ ਇਟ ਔਨ ਦੀ 에ਅਰ ਕਿ ਅਸੀਂ ਲੀਡਰ ਇੱਕ ਨਹੀਂ ਦੋ ਨਹੀਂ ਪਤਾ ਨਹੀਂ ਪਿਛਲੇ ਦਹਾਕਿਆਂ ਦੇ ਵਿੱਚ ਕਿੰਨੇ ਲੀਡਰਸ ਬੈਕ ਹੋਮ ਤੇ ਇੱਥੇ ਦੇਖੇ ਨੇ। ਵੋਟਾਂ ਮੰਗਣ ਤੋਂ ਪਹਿਲਾਂ ਉਹਨਾਂ ਦਾ ਜੋ ਬੋਲ ਬਾਣੀ ਹੁੰਦੀ ਹੈ ਉਹ ਦੇਖੀ ਹੈ, ਤੇ ਜਦੋਂ ਲੀਡਰ ਬਣ ਜਾਂਦੇ ਨੇ ਉਸ ਤੋਂ ਬਾਅਦ ਬੋਲ ਬਾਣੀ ਨੂੰ ਵੀ ਛੱਡੋ, ਆਪਾਂ ਕਿਹੜਾ ਕੋਈ ਉਹਨਾਂ ਤੋਂ ਜੀ ਕਹਿੰਦੇ ਹੁੰਦੇ ਵੀ ਕਵਿਤਾਵਾਂ ਗਾਉਣੀਆਂ ਨੇ ਜੀ, ਬੋਲ ਬਾਣੀ ਕਿਸ ਤਰ੍ਹਾਂ ਦੀ, ਆਪਾਂ ਤਾਂ ਕੰਮ ਨਾਲ ਮਤਲਬ ਹੈ। ਤੇ ਕੰਮ ਕਿੰਨੇ ਕੌਣ ਕਿੰਨੇ ਕਿਹਨੇ ਕੀਤੇ ਨੇ ਉਹਦੇ ਬਾਰੇ ਵੀ ਜੀ ਸਾਨੂੰ ਸਾਰਿਆਂ ਨੂੰ ਪਤਾ। ਪਰ ਸਤਪਾਲ ਜੌਹਲ ਹੋਣਾ ਨੇ ਹਾਲ ਹੀ ਦੇ ਵਿੱਚ ਇਹ ਪਹਿਲੀ ਵਾਰ ਇਲੈਕਸ਼ਨ ਦੇ ਜਿੱਤਣ ਤੋਂ ਬਾਅਦ ਆਪਣੀ ਜਿਹੜੀ ਡਿਊਟੀ ਹੈ ਸੰਭਾਲੀ ਹੈ। ਪੂਰੀ ਜ਼ਿੰਮੇਵਾਰੀ ਦੇ ਨਾਲ ਜੀ ਸਕੂਲ ਟਰਸਟੀ ਦੇ ਤੌਰ ਤੇ ਕੰਮ ਕਰ ਰਹੇ ਨੇ ਔਰ ਨਾਲ ਦੀ ਨਾਲ ਉਹ ਰਿਪੋਰਟ ਕਰਦੇ ਨੇ। ਤੇ ਅੱਜ ਫਿਰ ਜਿਹੜੀ ਉਹਨੇ ਪਾਈ ਬਹੁਤ ਹੀ ਮਹੱਤਵਪੂਰਨ ਹੈ, ਉਹਦੀ ਗੱਲਬਾਤ ਕਰਨ ਦੇ ਵਾਸਤੇ ਅਸੀਂ ਸਤਪਾਲ ਜੌਹਲ ਜੀ ਨੂੰ ਬੇਨਤੀ ਕੀਤੀ ਸੀ, ਉਹਨਾਂ ਨੇ ਕਬੂਲ ਕਰਕੇ ਜੀ ਸਾਨੂੰ ਸਮਾਂ ਦਿੱਤਾ ਹੈ। ਸਤਪਾਲ ਜੀ ਤੁਹਾਡਾ ਸਵਾਗਤ, ਸਤਿ ਸ੍ਰੀ ਅਕਾਲ ਜੀ। ਥੈਂਕ ਯੂ ਜੀ ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਸੰਦੀਪ ਜੀ ਆਪ ਜੀ ਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਤੁਹਾਡੇ ਸਾਰੇ ਸਕੂਲਸ ਨੂੰ, ਬੋਰਡ ਦੇ ਮੈਂਬਰਾਂ ਨੂੰ ਸਾਰੇ ਤਿਉਹਾਰ ਦੀਆਂ ਵਧਾਈਆਂ ਜੀ। ਬਿਲਕੁਲ ਜੀ, ਥੈਂਕ ਯੂ। ਕਮਿਊਨਿਟੀ ਦੇ ਵਿੱਚ ਕਾਫੀ ਲੋਹੜੀ ਕਰਕੇ ਤੁਹਾਨੂੰ ਪਤਾ ਜੀ ਮਾਘੀ ਕਰਕੇ ਬਹੁਤ ਜੋਸ਼ ਹੁੰਦਾ ਹੈ। ਅੱਜ ਵੀ ਅਸੀਂ ਕਾਫੀ ਸਾਰੇ ਫੰਕਸ਼ਨ ਜਿਹੜੇ ਇਵੈਂਟ ਦੇਖੇ ਆ, ਕਾਫੀ ਕਮਿਊਨਿਟੀ ਉਹਦੇ ਵਿੱਚ ਬਿਜ਼ੀ ਵੀ ਹੈ ਜੀ। ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਹੁਣ ਇੱਥੇ ਆ ਕੇ ਉਹ ਜਿਹੜਾ ਡਿਸਕ੍ਰਿਮੀਨੇਸ਼ਨ ਕਰਦੇ ਸੀ ਘਰਾਂ ਦੇ ਵਿੱਚ ਮੁੰਡੇ ਤੇ ਕੁੜੀ ਵਾਲਾ ਵੀ ਲੋਹੜੀ ਮੁੰਡੇ ਤੇ ਜੰਮੇ ਤੇ ਹੀ ਹੋਣੀ ਹੈ, ਉਹਦੇ ਵਿੱਚ ਵੀ ਜਿਹੜਾ ਜੀ ਵੀ ਸਾਡੀ ਕਮਿਊਨਿਟੀ ਹੁਣ ਲੀਡ ਲੈ ਰਹੀ ਆ। ਸੋ ਕਮਿਊਨਿਟੀ ਨੂੰ ਵੀ ਇਸ ਲਈ ਵਧਾਈ ਦਿੰਦੇ ਆ ਜੀ, ਬਹੁਤ ਮਿਹਰਬਾਨੀ ਹੈ। ਤੇ ਜੌਹਲ ਸਾਹਿਬ ਇੱਕ ਜਿਹੜੀ ਅੱਜ ਥੋੜੀ ਦੇਰ ਪਹਿਲਾਂ ਜਿਹਦਾ ਜ਼ਿਕਰ ਵੀ ਕਰ ਰਹੇ ਸੀ ਕਿ ਜਿਹੜੇ ਬਤੌਰ ਟਰਸਟੀ ਤੁਸੀਂ ਇੱਕ ਸਕੂਲਾਂ ਦੇ ਵਿੱਚ ਜਾਂਦੇ ਰਹੇ ਹੋ ਤੇ ਹੁਣ ਵੀ ਜਾਂਦੇ ਹੋ, ਸਾਰੇ ਸਕੂਲਾਂ ਦੇ ਵਿੱਚ ਹੀ ਇਸ ਤਰ੍ਹਾਂ ਦਾ ਹੀ ਤੁਹਾਨੂੰ ਇਸ ਤਰ੍ਹਾਂ ਦੀ ਜਿਹੜਾ ਪ੍ਰਤੀਕਰਮ ਆ ਉਹ ਮਿਲੇਗਾ ਪ੍ਰਿੰਸੀਪਲਸ ਵੱਲੋਂ, ਪੇਰੈਂਟਸ ਵੱਲੋਂ, ਟੀਚਰਸ ਵੱਲੋਂ? ਨਹੀਂ ਹਾਂ ਬਿਲਕੁਲ ਜੀ ਡਾਕਟਰ ਸਾਹਿਬ, ਇਸ ਤਰ੍ਹਾਂ ਕਿ ਦੇਖੋ ਅਸੀਂ ਇੱਕ ਸੈੱਟ ਆਫ ਇਸ਼ੂਜ਼ ਆ ਨਾ ਜਿਹੜਾ GPO ਬਣਾਇਆ ਤੇ ਵੈਸੇ ਇਲੈਕਸ਼ਨ ਦੇ ਟਾਈਮ ਤੋਂ ਹੀ ਹੋਇਆ ਤੇ ਬਣਾਇਆ ਵੀ ਉਸ ਤਰੀਕੇ ਦੇ ਨਾਲ ਸੀ ਜਿੱਦਾਂ ਦੀ ਫੀਡਬੈਕ ਭੈਣ ਭਰਾਵਾਂ ਨੇ ਇਸ਼ੂਜ਼ ਦੀ ਸਾਨੂੰ ਦਿੱਤੀ ਸੀਗੀ। ਤੇ ਫਿਰ ਔਨ ਗੋਇੰਗ ਜਿਹੜੀਆਂ ਜੀ ਵੀ ਸਾਡੀਆਂ ਬੋਰਡ ਲੈਵਲ ਤੇ ਭਾਵੇਂ ਮੀਟਿੰਗਸ ਹੋਣ ਤੇ ਜਾਂ ਫਿਰ ਸਾਡੀਆਂ ਸਕੂਲਾਂ ਦੇ ਵਿੱਚ ਇਹ ਟੀਚਰਸ ਨਾਲ ਜਾਂ ਪੇਰੈਂਟਸ ਨਾਲ ਹੋਣ ਜਾਂ ਪ੍ਰਿੰਸੀਪਲ ਜਾਂ ਸੁਪਰਡੈਂਟਸ ਦੇ ਨਾਲ ਮੇਰੀਆਂ ਵੱਖਰੀਆਂ ਜਿਹੜੀਆਂ ਜੀ ਵੀ ਹਾਈ ਲੈਵਲ ਮੀਟਿੰਗਸ ਹੋਣ, ਉਹਨਾਂ ਦੇ ਵਿੱਚ ਅਸੀਂ ਕਰਦੇ ਗੱਲਾਂ ਇਹਨਾਂ ਇਸ਼ੂਜ਼ ਦੀਆਂ ਹੀ ਹਾਂ ਜਿਹੜੀਆਂ ਕਿ ਕੁੱਲ ਮਿਲਾ ਕੇ ਜਾਣੀ ਕਿ ਸਾਡੇ ਇੱਥੇ ਵਾਰਡ 9 ਤੇ 10 ਦੇ ਵਿੱਚ ਕਾਮਨ ਹੀ ਆ ਵੀ ਉਹ ਕੁੱਲ ਮਿਲਾ ਕੇ ਜਾਣੀ ਕਿ ਵੀ ਅਸੀਂ ਭਾਵੇਂ ਕਿਤੇ ਉੱਠਦੀ ਯੂਨੀਫਾਰਮ ਦੀ ਗੱਲ ਕਰ ਲਈਏ ਜਾਂ ਫਿਰ ਅਸੀਂ ਰੇਸਿਜ਼ਮ, ਬੁਲਿੰਗ ਜਾਂ ਫਿਰ ਡਰੱਗਸ ਦੀ ਗੱਲ ਕਰ ਲਈਏ ਜਾਂ ਫਿਰ ਅਸੀਂ ਕੈਮਰਾ ਸਿਕਿਉਰਿਟੀ ਵਗੈਰਾ ਦੀ ਸਕੂਲ ਦੇ ਆਲੇ ਦੁਆਲੇ 'ਚ ਗੱਲ ਕਰ ਲਈਏ ਜਾਂ ਫਿਰ ਇਹ ਜਿਹੜਾ ਗੈਪ ਇੱਕ ਕਮਿਊਨੀਕੇਸ਼ਨ ਗੈਪ ਅਸੀਂ ਪੇਰੈਂਟਸ ਤੇ ਟੀਚਰਸ ਦੇ ਵਿਚਕਾਰ ਦੇਖਦੇ ਹਾਂ ਵੀ ਉਹਨੂੰ ਭਰਨ ਦੀ ਗੱਲ ਕਰ ਲਈਏ ਜਾਂ ਫਿਰ ਸਕੂਲਾਂ ਦੇ ਆਲੇ ਦੁਆਲੇ ਦੇ ਵਿੱਚ ਡਾਕਟਰ ਸਾਹਿਬ ਵੀ ਇਹ ਜਿਹੜਾ ਸਵੇਰੇ ਤੇ ਸ਼ਾਮ ਗੱਡੀਆਂ ਦਾ ਜਮਘਟਾ ਰਸ਼ ਪੈਂਦਾ ਟ੍ਰੈਫਿਕ ਦਾ, ਉਹਦੀ ਅਸੀਂ ਗੱਲ ਕਰ ਲਈਏ ਜਾਂ ਫਿਰ ਕੁੱਲ ਮਿਲਾ ਕੇ ਜਾਣੀ ਕਿਸੇ ਵੀ ਤਰ੍ਹਾਂ ਦਾ ਇਸ਼ੂ ਯੂ ਨੇਮ ਇਟ ਕਿ ਵੀ ਉਹ ਹੁਣ ਕੁੱਲ ਮਿਲਾ ਕੇ ਅਸੀਂ ਡਿਸਕਸ ਕਰਦੇ ਹਾਂ। ਉਹ ਜਦੋਂ ਅਸੀਂ ਡਿਸਕਸ਼ਨ ਕਰਦੇ ਹਾਂ ਸਕੂਲ ਦੇ ਵਿੱਚ ਅਸੀਂ ਇੱਕ ਰਾਊਂਡ ਲਗਾਉਂਦੇ ਹਾਂ, ਦੇਖਦੇ ਹਾਂ ਬੱਚਿਆਂ ਦਾ ਬਿਹੇਵੀਅਰ, ਟੀਚਰਸ ਦੀ ਉਹਨਾਂ ਦੇ ਨਾਲ ਇੰਟਰੈਕਸ਼ਨ, ਤੇ ਉਸ ਦੇ ਵਿੱਚੋਂ ਕਈ ਸਾਰੀਆਂ ਸਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਪਤਾ ਲੱਗਦੀਆਂ ਕਿ ਉਹ ਸਾਡੇ ਉਹਨਾਂ ਇਸ਼ੂਜ਼ ਨੂੰ ਹੋਰ ਵੀ ਇਨਹੈਂਸ ਕਰਨ ਵਾਲੀਆਂ ਹੁੰਦੀਆਂ। ਤੇ ਕੁੱਲ ਮਿਲਾ ਕੇ ਜਿਹੜਾ ਇਹ ਕਮਿਊਨੀਕੇਸ਼ਨ ਦਾ ਗੈਪ ਸੀਗਾ ਵੀ ਹੁਣ ਤੱਕ ਇਹ ਪੇਰੈਂਟਸ ਨੂੰ ਲੱਗਦਾ ਵੀ ਟੀਚਰ ਕੁਛ ਨਹੀਂ ਕਰਦੇ ਤੇ ਟੀਚਰ ਨੂੰ ਲੱਗਦਾ ਵੀ ਅਸੀਂ ਤੇ ਸਕੂਲਾਂ 'ਚ ਐਜੂਕੇਟ ਹੀ ਕਰ ਸਕਦੇ ਹਾਂ, ਵੀ ਬੱਚੇ ਪਾਲਣਾ ਸਾਡਾ ਕੰਮ ਨਹੀਂ ਹੈ, ਬੱਚੇ ਪਾਲਣੇ ਪੇਰੈਂਟਸ ਨੇ, ਅਸੀਂ ਐਜੂਕੇਟ ਕਰਨਾ। ਪਰ ਹੁਣ ਇਹ ਪੇਰੈਂਟਸ ਪਹਿਲਾਂ ਹੁੰਦੇ ਸੀਗੇ ਬੱਚੇ ਪਾਲਣ ਵਾਸਤੇ, ਟੀਚਰ ਸਕੂਲ ਹੁੰਦੇ ਸੀਗੇ ਉਹਨਾਂ ਨੂੰ ਐਜੂਕੇਟ ਕਰਨ ਵਾਸਤੇ। ਉਹਦੇ ਵਿੱਚ ਹੁਣ ਲੇਕਿਨ ਕਿ ਜਿਹੜੀ ਪਿਛਲੇ ਕੁਝ ਸਮੇਂ ਤੋਂ ਇਹ ਤੀਜੀ ਧਿਰ ਬੜੀ ਸਟਰੋਂਗ ਬਣ ਗਈ ਆ, ਉਹ ਜੀ ਵੀ ਸੋਸ਼ਲ ਮੀਡੀਆ ਤੇ ਇੰਟਰਨੈਟ ਆ ਜੀ। ਸੋ ਹੁਣ ਸੋਸ਼ਲ ਮੀਡੀਆ ਤੇ ਇੰਟਰਨੈਟ ਆ ਜਿਹੜਾ ਜੀ ਵੀ ਉਸ ਦੇ ਕਰਕੇ ਵੀ ਯੂਥ ਜਿਹੜਾ ਵੀ ਉਹਨਾਂ ਦੇ ਕੈਰੈਕਟਰ ਦੇ ਵਿੱਚ, ਕਿਰਦਾਰ ਦੇ ਵਿੱਚ ਕਈ ਤਰ੍ਹਾਂ ਦੀ ਜਿਹੜੀ ਡਿਵੈਲਪਮੈਂਟ ਆ ਔਨ ਗੋਇੰਗ ਇਹ ਚੱਲਦੀ ਰਹਿੰਦੀ ਆ। ਸੋ ਜਿੰਨਾ ਅਰਲੀ ਕਹਿ ਲਓ ਵੀ ਕਿਸੇ ਸਟੂਡੈਂਟ ਦਾ, ਬੱਚੇ ਦਾ ਇਹ ਸੈੱਲ ਫੋਨ ਨਾਲ
ਟੈਬਲੇਟਸ ਨਾਲ, ਇੰਟਰਨੈਟ ਨਾਲ, ਕੰਪਿਊਟਰ ਨਾਲ ਵਾਹ ਪੈ ਜਾਊਗਾ, ਉਨੀ ਛੇਤੀ ਹੀ ਜਿਹੜਾ ਜੀ ਵੀ ਉਹ ਜਿਹੜੀਆਂ ਚੰਗੀਆਂ ਜਾਂ ਕਹ ਲਓ ਵੀ ਜੋ ਕੁਝ ਵੀ ਸੋਸ਼ਲ ਮੀਡੀਆ ਤੇ ਹੋ ਰਿਹਾ ਉਹਦੇ ਜਿਹੜੇ ਕੈਰੈਕਟਰਸ ਆ ਉਹ ਬੱਚੇ ਦੇ ਡੇਲੀ ਲਾਈਫ ਦੇ ਵਿੱਚ ਉਹ ਰਿਫਲੈਕਟ ਹੁੰਦੇ ਆਪਾਂ ਨੂੰ ਨਜ਼ਰ ਆਉਣਗੇ ਤੇ ਉਹ ਸਕੂਲ ਲੈਵਲ ਤੇ ਕਿਤੇ ਨਾ ਕਿਤੇ ਰਿਫਲੈਕਟ ਹੁੰਦੇ ਨਜ਼ਰ ਆਉਂਦੇ ਵੀ ਆ। ਅਜੇ ਮੇਰੀ ਗੱਲ ਹੋ ਰਹੀ ਸੀ ਉਹ ਲੂਇਸ ਆਰਬਰ ਸਕੂਲ ਦੇ ਪ੍ਰਿੰਸੀਪਲ ਅਮਿਤ ਮਲਹੋਤਰਾ ਹੋਣਾ ਦੇ ਨਾਲ, ਉਹਨਾਂ ਨੇ ਦੱਸਿਆ ਜੀ ਵੀ ਪਿੱਛੇ ਸੋਸ਼ਲ ਮੀਡੀਆ ਤੇ ਕਲਿੱਪ ਸਾਰਿਆਂ ਨੇ ਦੇਖਿਆ ਸੀਗਾ ਵੀ ਜਿਹੜੇ ਇਹ ਬੱਚੇ ਲੜੇ ਸੀਗੇ ਤੇ ਉਹਦੇ ਵਿੱਚ ਫਿਰ ਮਸ਼ੈਟੀ ਕਹ ਲਓ ਵੀ ਉਹ ਦਾਤਰ ਦਾ ਜ਼ਿਕਰ ਆਇਆ ਸੀ, ਇੱਕ ਬੱਚੇ ਨੇ ਦੂਜੇ ਤੇ ਮਾਰਿਆ, ਇੱਕ ਕੁੜੀ ਵੀ ਉੱਥੇ ਜਿਹੜੀ ਆ ਉਹਦੇ ਵਿੱਚ ਘੱਟੋ ਘੱਟ ਵਾਇਲੈਂਟ ਹੋਈ ਜਿਹੜੀ ਨਜ਼ਰ ਆਉਂਦੀ ਸੀਗੀ। ਉਹਦੇ ਵਿੱਚ ਡਾਕਟਰ 3 ਬੱਚੇ ਤਾਂ ਹੋਏ ਸੀਗੇ ਅਰੈਸਟ ਹੈ ਜੀ ਤੇ 16 ਹੋਏ ਸੀ ਸਸਪੈਂਡ, 16 ਸਸਪੈਂਡ। ਹੁਣ ਉਸ ਸਕੂਲ ਦੇ ਵਿੱਚ 1400 ਦੇ ਕਰੀਬ ਬੱਚਾ ਪੜ੍ਹਦਾ ਜੀ। ਅੱਜ ਜਦੋਂ ਪ੍ਰਿੰਸੀਪਲ ਸਾਹਿਬ ਨੂੰ ਮੈਂ ਪੁੱਛਿਆ ਜੀ ਵੀ ਇਹ 16 ਬੱਚੇ ਸਸਪੈਂਡ ਹੋਏ ਉਹਦੇ ਵਿੱਚ ਪੰਜਾਬੀ ਕਮਿਊਨਿਟੀ ਦੇ ਕਿੰਨੇ ਸੀਗੇ, तो प्रिंसिपल साहब कहते जी भी सारे पंजाबी सीगे 16 ਦੇ 16 ਹੀ। ਓ ਮਾਈ ਗॉड। ਸੋ ਇਸ ਕਰਕੇ ਇਹ ਹੈ ਜੀ ਵੀ ਹੁਣ ਤੱਕ ਇਹ ਜਿਹੜਾ ਜੀ ਵੀ ਇੱਧਰ ਉੱਧਰ ਸ਼ਿਕਾਇਤਾਂ ਚੱਲਦੀਆਂ ਵੀ ਪੇਰੈਂਟਸ ਨੂੰ ਵਾਕਈ ਲੱਗਦਾ ਵੀ ਸਕੂਲ ਦਾ ਸਿਸਟਮ ਬਹੁਤ ਖਰਾਬ ਆ। ਉਹਦੇ ਵਿੱਚ ਲੱਗਦਾ ਵੀ ਜਿਹੜਾ ਇਹ ਜਿਹੜੇ ਹੁਣ ਤੱਕ ਜਾਣੀ ਪੇਰੈਂਟਸ, ਗ੍ਰੈਂਡ ਪੇਰੈਂਟਸ ਤੇ ਜਿਹੜੇ ਵੀ ਟੀਚਰਸ ਆ ਇਹ ਆਪਸ ਵਿੱਚ ਟੀਮ ਅਪ ਨਹੀਂ ਕਰ ਸਕੇ, ਕੋਆਪਰੇਸ਼ਨ ਇਹਨਾਂ ਦਾ ਹੈ ਨਹੀਂ ਗਾ, ਇਹਨਾਂ ਦੇ ਵਿੱਚ ਕਮਿਊਨੀਕੇਸ਼ਨ ਗੈਪ ਆ, ਮਨਾਂ ਦੇ ਵਿੱਚ ਭਰਮ ਭੁਲੇਖੇ ਹੈਗੇ ਆ। ਸੋ ਰਤਨ ਗੁਰਨਾਮ ਸਿੰਘ ਢਿੱਲੋਂ ਉਹਨਾਂ ਦੇ ਨਾਲ ਵੀ ਗੱਲ ਹੋ ਰਹੀ ਸੀ ਜਿਹੜੇ ਮਾਲਟਨ ਦੇ ਵਿੱਚ ਹਾਂਜੀ ਸਾਇੰਸ ਮੈਥਮੈਟਿਕਸ ਟੀਚਰ ਨੇ ਜੀ, ਉਹਨਾਂ ਨੇ ਵੀ ਕਾਫੀ ਸਾਰਾ ਜਾਣੀ ਕਿ ਇਸ ਇਸ਼ੂਜ਼ ਤੇ ਜਿਹੜਾ ਉਹਨਾਂ ਨੇ ਮਹਿਸੂਸ ਕੀਤਾ ਸੀਗਾ ਵੀ ਜਿਹੜੇ ਇਹ ਚੈਟ ਗਰੁੱਪ ਚੱਲ ਰਹੇ ਆ ਨਾ ਵੀ ਇਹ ਸਕੂਲ ਨਹੀਂ ਬੱਚਿਆਂ ਨੂੰ ਉਹਦੇ ਵਿੱਚ ਐਡ ਕਰਾਉਂਦਾ। ਇਹ ਪੇਰੈਂਟਸ ਜਦੋਂ ਯੰਗ ਏਜ ਦੇ ਵਿੱਚ ਕਹਿ ਲਓ ਵੀ ਬੱਚੇ ਨੂੰ ਬਿਜ਼ੀ ਕਰਨ ਲਈ ਆਪਣੀ ਜਿਹੜੀ ਟੈਬਲੇਟ ਆ ਫੋਨ ਲੈ ਦਿੱਤਾ ਜੀ, ਉਹਦੇ ਤੇ ਬੱਚੇ ਨੂੰ ਬਿਜ਼ੀ ਕਰ ਦਿੱਤਾ ਜੀ, ਫਿਰ ਉਹ ਉੱਥੇ ਗੇਮਾਂ ਖੇਡਣ ਲੱਗ ਗਿਆ ਜੀ, ਫਿਰ ਉਹ ਚੈਟ ਗਰੁੱਪ ਦੇ ਵਿੱਚ ਐਂਟਰ ਹੋ ਗਿਆ ਜੀ। ਸੋ ਉੱਥੇ ਚੈਟ ਗਰੁੱਪਸ ਤੇ ਹੁਣ ਬਹੁਤ ਸਾਰੀ ਜਿਹੜੀ ਆ ਜੀ ਵੀ ਆਪਾਂ ਦੇਖਦੇ ਆ ਵੀ ਆਮ ਤੌਰ ਤੇ ਵਾਇਲੈਂਸ, ਹਰਾਸਮੈਂਟ ਤੇ ਜਿਹੜੀ ਉਹ ਇਲ ਲੈਂਗੁਏਜ ਆ ਉਹ ਯੂਜ਼ ਕੀਤੀ ਜਾਂਦੀ ਆ, ਉਹ ਵੀ ਫਿਰ ਬੱਚੇ ਦੇ ਮਾਈਂਡ ਦੇ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ। ਉਹਦਾ ਉੱਦਾਂ ਹੀ ਜਿਹੜਾ ਜੀ ਬਿਹੇਵੀਅਰ ਆ ਉਹ ਪੇਰੈਂਟਸ ਨਾਲ ਚੇਂਜ ਹੋਣਾ ਸ਼ੁਰੂ ਹੋ ਜਾਂਦਾ। ਪੇਰੈਂਟਸ ਫਿਰ ਐਕਸਪੈਕਟ ਕਰਦੇ ਆ ਵੀ ਇਹ ਬਿਹੇਵੀਅਰ ਜਿਹੜਾ ਜੀ ਵੀ ਸਕੂਲ ਦੇ ਵਿੱਚ ਠੀਕ ਹੋਵੇ। ਉਹ ਪੁਆੜੇ ਦੀ ਜੜ ਲੇਕਿਨ ਕਿ ਉਸ ਬਿਹੇਵੀਅਰ ਦੀ ਜਿਹੜਾ ਹੁੰਦਾ ਸੋਸ਼ਲ ਮੀਡੀਆ ਤੇ ਜਿਹੜਾ ਉਹ ਵੀ ਚੈਟ ਗਰੁੱਪ ਆ ਉਹਦੇ ਤੋਂ ਉਹਨੂੰ ਬਾਹਰ ਕੱਢਣਾ ਜਿਹੜਾ ਆਲਮੋਸਟ ਇੰਪੋਸੀਬਲ ਹੋ ਜਾਂਦਾ ਜੇ ਇੱਕ ਵਾਰੀ ਐਂਟਰ ਕਰ ਲਿਆ ਜਾਵੇ ਤਾਂ ਜੀ। ਸੋ ਇਸ ਕਰਕੇ ਬੜਾ ਇਹ ਵਿਸ਼ੇਸ਼ ਸਰਕਲ ਆ ਜਿਹਦੇ ਵਿੱਚ ਲੱਗ ਰਿਹਾ ਕਿਤੇ ਨਾ ਕਿਤੇ ਹੁਣ ਉਹ ਸਕੂਲ ਦੀ ਮੀਟਿੰਗਸ ਦੇ ਵਿੱਚ ਵੀ। ਤੇ ਅੱਜ ਵੀ ਮੇਰੀ ਜਿਹੜੀ ਆ ਜੀ ਪੀ ਸੁਪਰਡੈਂਟ ਦੇ ਨਾਲ ਆਫਟਰਨੂਨ ਦੇ ਵਿੱਚ ਫੇਰ ਮੀਟਿੰਗ ਹੋਈ ਸੀ ਕਿ ਇਹ ਘਰਾਂ ਦੇ ਵਿੱਚ ਜਿਹੜਾ ਇਨਵਾਇਰਨਮੈਂਟ ਆ, ਬੈਡਰੂਮ ਦੇ ਵਿੱਚ ਸਾਰੀ ਰਾਤ ਬੱਚਾ ਜਦੋਂ ਚੈਟਿੰਗ ਕਰ ਰਿਹਾ ਤੇ ਉਹਨੂੰ ਕੋਈ ਕੰਟਰੋਲ ਕਰਨ ਵਾਲਾ ਹੈ ਹੀ ਨਹੀਂ ਵੀ ਉੱਥੇ ਉਹ ਕੀ ਕਰ ਰਿਹਾ ਹਨਾ। ਹੁਣ ਉਸ ਜੋ ਕੁਝ ਵੀ ਵਰਤਾਰਾ ਘਰਾਂ ਦੇ ਵਿੱਚ ਵਾਪਰ ਰਿਹਾ ਸੋਸ਼ਲ ਮੀਡੀਆ ਦੇ ਰਾਹੀਂ, ਇੰਟਰਨੈਟ ਦੇ ਰਾਹੀਂ, ਫੋਨ ਦੇ ਰਾਹੀਂ, ਉਹਦੇ ਤੇ ਸਕੂਲ ਸਟਾਫ ਦਾ ਤੇ ਕੋਈ ਕੰਟਰੋਲ ਨਹੀਂ ਆ ਜੀ। ਜੇ ਹੁਣ ਕਹੀਏ ਵੀ ਇਹਨਾਂ ਵਿਗਾੜਾਂ ਦਾ ਸ਼ਿਕਾਰ ਹੋ ਕੇ ਹੁਣ ਠੀਕ ਉਹਨੂੰ ਟੀਚਰ ਕਰ ਲੈਣ ਤੇ ਜਿੰਨਾ ਚਿਰ ਜਾਣੀ ਕਿ ਆਪਾਂ ਫਿਰ ਇਹ ਚੈਟਿੰਗ ਗਰੁੱਪ ਜਾਂ ਇਹ ਸੋਸ਼ਲ ਮੀਡੀਆ ਜਾਂ ਫੋਨਸ ਇਹ ਵੀ ਅੱਜ ਕਹਿ ਰਹੇ ਸੀਗੇ ਵੀ ਸਕੂਲ ਫੋਨ ਲਿਆਉਣਾ ਉਹਦੀ ਕੋਈ ਲੋੜ ਹੀ ਹੈ ਨਹੀਂ, ਜੇ ਡਿਵਾਈਸ ਦੀ ਲੋੜ ਹੋਵੇ ਅਸੀਂ ਕੋਲੋਂ ਪ੍ਰੋਵਾਈਡ ਕਰਦੇ ਹਾਂ ਬੱਚੇ ਨੂੰ। ਸੋ ਇਹ ਮਤਲਬ ਉਹਨਾਂ ਨੂੰ ਕੋਈ ਰੀਜ਼ਨ ਸਮਝ ਨਹੀਂ ਆਉਂਦਾ ਵੀ ਪੇਰੈਂਟਸ ਇਹ ਯੰਗ ਨਿੱਕੇ ਬੱਚਿਆਂ ਨੂੰ ਮਹਿੰਗੇ ਏਡੇ ਸਾਰੀਆਂ ਸਹੂਲਤਾਂ ਵਾਲੇ ਫੋਨ ਲੈ ਕੇ ਕਿਉਂ ਦਿੰਦੇ ਆ ਜੀ ਹਨਾ। ਔਰ ਜੋੜ ਸਾਹਿਬ ਜੇ ਇੱਥੇ ਮੈਂ ਐਡ ਕਰਨੀ ਚਾਹਾਂ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਆਲੇ ਦੁਆਲੇ ਤੋਂ ਲੰਬੇ ਸਮੇਂ ਤੋਂ ਇੱਕ ਰੱਟ ਜਿਹੜੀ ਪੇਰੈਂਟਸ ਤੇ ਜ਼ਬਾਨੀ ਸੁਣਦੇ ਆਏ ਆ, ਹਾਲ ਹੀ ਵੀ ਸੁਣ ਰਹੇ ਆ ਕਿ ਜੀ ਅਸੀਂ ਤਾਂ ਜੇ ਕੈਨੇਡਾ ਆਏ ਆ ਕਾਹਦੇ ਲਈ ਆਏ ਜੀ, ਬੱਚਿਆਂ ਲਈ ਆਏ ਆ। ਅਸੀਂ ਜੀ 2-2 3-3 ਸ਼ਿਫਟਾਂ ਕਾਹਦੇ ਲਈ ਕਰਦੇ ਜੀ, ਬੱਚਿਆਂ ਲਈ ਕਰਦੇ ਆ। ਅਸੀਂ ਜੀ ਸਾਰਾ ਕੰਮ ਕਰਦੇ ਆ, ਮਕਾਨ ਲੈ ਕੇ ਦਿੱਤਾ ਜੀ ਬੱਚਿਆਂ ਨੂੰ ਸਹੂਲਤਾਂ ਦੇਣ ਦੇ ਵਾਸਤੇ ਅਸੀਂ ਤਾਂ ਕਿ ਜੀ ਬੱਚਿਆਂ ਲਈ ਕਰਦੇ ਆ। ਪਰ ਸਭ ਤੋਂ ਵੱਧ ਕਿਸਮਤੀ ਸਾਡੀ ਇਹ ਹੈ ਕਿ ਬੱਚਿਆਂ ਨੂੰ ਸਿਰਫ ਸਹੂਲਤਾਂ ਦੇਣ ਤੱਕ ਜਾਂ ਉਹਨਾਂ ਨੂੰ ਇੱਕ ਵੱਡਾ ਸੋਹਣਾ ਘਰ ਜਾਂ ਕਾਰ ਜਾਂ ਜਿਵੇਂ ਤੁਸੀਂ ਦੱਸਿਆ ਕਿ ਲੇਟੈਸਟ ਗੈਜਟ ਦੇਣ ਤੱਕ ਹੀ ਮੈਨੂੰ ਲੱਗਦਾ ਸੀਮਿਤ ਰਹਿ ਜਾਂਦੀ ਹੈ, ਜਿੱਥੇ ਬੱਚਿਆਂ ਦੇ ਪੇਰੈਂਟਸ ਹੋਣ ਦੇ ਨਾਤੇ ਉਹਨਾਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਸਕੂਲ ਦੇ ਵਿੱਚ ਉਹ ਕੀ ਕਰਦੇ ਨੇ ਤੇ ਸਕੂਲ ਦੇ ਵਿੱਚ ਕੀ ਕਰਦੇ ਨੇ ਇਹ ਜਾਣਨ ਦੇ ਵਾਸਤੇ ਇੱਕ ਬਹੁਤ ਇੱਥੋਂ ਦੇ ਇੰਨਾ ਸੋਹਣਾ ਸਿਸਟਮ ਰੱਖਿਆ ਹੋਇਆ ਸਕੂਲਾਂ ਦੇ ਵਿੱਚ ਕਿ ਹਰ ਮਹੀਨੇ ਜਾਂ 2-3 ਮਹੀਨੇ ਤੋਂ ਬਾਅਦ ਸਟੂਡੈਂਟ ਤੇ ਟੀਚਰਸ ਦੀ ਜਾਂ ਪੇਰੈਂਟਸ ਦੀ ਮੀਟਿੰਗ ਹੁੰਦੀ ਹੈ। ਤੇ ਮੈਂ ਤੁਹਾਡਾ ਜਿਹੜੇ ਇਹ ਆਪ ਕਿਉਂਕਿ ਹੁਣ ਤੁਸੀਂ ਕਿਤੋਂ ਕਈਆਂ ਹੋਈਆਂ ਇਹ ਗੱਲਾਂ ਨਹੀਂ ਜੀ ਸਰੋਤਿਆਂ ਨੂੰ ਦੱਸ ਦਈਏ 300 ਸੰਦੀਪ ਜੀ 300 ਪੇਰੈਂਟਸ ਦੇ ਵਿੱਚੋਂ ਸਿਰਫ 8 ਪੇਰੈਂਟਸ ਆਏ ਨੇ ਉਸ ਕਾਉਂਸਲ ਦੀ ਮੀਟਿੰਗ ਦੇ ਵਿੱਚ, ਸਿਰਫ 8। ਥੋੜੀ ਪਰਸੈਂਟੇਜ ਕੱਢਦੇ ਨੇ ਮੈਨੂੰ ਤਾਂ ਸ਼ਰਮ ਆਉਂਦੀ ਹੈ ਕੀ ਨਿਕਲੇਗੀ। ਔਰ ਤੁਸੀਂ ਸੈਲ ਫੋਨ ਦੀ ਜਿੱਥੇ ਗੱਲ ਕੀਤੀ ਹੈ ਜੀ ਤੇ ਆਈ ਰਿਮੈਂਬਰ ਜੀ ਕਿ ਬੇਟੇ ਦਾ ਸਵਾਲ ਸੀ ਕਿ ਮਾਂ ਇਹ ਇੰਨੀਆਂ ਵੱਡੀਆਂ ਮਹਿੰਗੀਆਂ ਗੱਡੀਆਂ ਜਿਹੜੀਆਂ ਗ੍ਰੇਡ 10, 12, 11 ਜਿਹੜੇ ਹੈ ਨੇ ਜੀ ਬੱਚੇ ਤੇ ਇਹ ਗੱਡੀਆਂ ਕਿੱਥੋਂ ਲੈ ਕੇ ਆਉਂਦੇ ਨੇ ਇੰਨੀਆਂ ਮਹਿੰਗੀਆਂ। ਔਰ ਸਾਡੀ ਉਹ ਹੈਰਾਨ ਹੁੰਦੇ ਜੀ ਕਿ ਹੈ ਤੇ ਉਹ ਸਾਡੀ ਕਮਿਊਨਿਟੀ ਦੇ ਆਪਣੇ ਹੀ ਪਰਿਵਾਰ ਨੇ, ਜਿਵੇਂ ਹੁਣ ਤੁਸੀਂ ਤੇ ਦੱਸ ਹੀ ਰਹੇ ਹੋ ਕਿ ਪੰਜਾਬੀ ਪਰਿਵਾਰ ਹੀ ਨੇ ਬਹੁਤ ਜ਼ਿਆਦਾ। ਔਰ ਇਸ ਗੱਲ ਦੇ ਵਿੱਚ ਬਿਨਾਂ ਸ਼ੱਕ ਉਹੀ ਮੋਹਰੇ ਨੇ ਜੀ। ਔਰ ਗੱਡੀਆਂ ਦੇਖ ਕੇ ਲੱਗਦਾ ਵੀ
ਗੱਡੀ ਅਫੋਰਡ ਕਿਵੇਂ ਕਰਦੇ ਆ ਜੀ ਬੱਚੇ ਇਹ? ਮੈਂ ਕਹਿੰਦਾ ਸੰਦੀਪ ਜੀ ਆਪਾਂ ਉੱਥੇ ਵੀ ਲੈਟਸ ਗਿਵ ਦੈਟ ਬੈਨੀਫਿਟ ਆਫ ਡਾਊਟ ਟੂ ਐਨੀ ਪੇਰੈਂਟ, ਐਨੀ ਫੈਮਿਲੀ, ਐਨੀ ਕਿਡ ਕਿ ਜੋ ਕਿੱਥੇ ਗੱਡੀ ਤੇ ਆਉਂਦਾ, ਰਿਕਸ਼ੇ ਤੇ ਆਉਂਦਾ, ਤੁਰ ਕੇ ਆਉਂਦਾ, ਨਥਿੰਗ ਟੂ ਡੂ ਵਿਦ ਦੈਟ। ਦੇਅਰ ਆਰ ਆਈ ਨੋ ਕਿਡਸ ਬੈਕ ਹੋਮ ਟੂ ਜਿਹੜੇ ਇਹ ਤਾਂ ਗੱਡੀ 'ਚ ਆਪ ਹੁੰਦੇ ਨਾ, ਸ਼ੋਫਰ ਡਰਿਵਨ ਗੱਡੀਆਂ ਦੇ ਵਿੱਚ ਆਉਂਦੇ ਨੇ, ਬਟ ਉਹਨਾਂ ਦੇ ਮਾਰਕਸ 98% ਹੁੰਦੇ ਨੇ, 97% ਹੁੰਦੇ ਨੇ। ਉਹ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ 16 ਬੱਚੇ ਇਨਵੋਲਵ ਹੋ ਰਹੇ ਨੇ ਤੇ 14 ਬੱਚੇ ਜਾਂ ਸਾਰੇ 16 ਬੱਚੇ ਉਹਦੇ 'ਚ 14 ਬੱਚੇ ਹੋ ਰਹੇ ਨੇ ਆਪਣੇ ਚਾਰਜ ਹੋ ਰਹੇ ਨੇ ਜਾਂ ਉਹਨਾਂ ਨੂੰ ਸਸਪੈਂਡ ਕੀਤਾ ਜਾ ਰਿਹਾ। ਇੱਕੋ ਕਮਿਊਨਿਟੀ ਤੇ ਕੀ ਗੱਲ ਸਿਰਫ ਇੱਥੇ ਪੰਜਾਬ ਵੀ ਤਾਂ ਨਹੀਂ ਵਸਦੇ ਕਿ ਕੈਨੇਡਾ ਦੇ ਵਿੱਚ? ਕੈਨੇਡਾ ਦੇ ਵਿੱਚ ਤਾਂ ਬਹੁਤ ਸਾਰੀਆਂ ਹੋਰ ਕਮਿਊਨਿਟੀਜ਼ ਦੇ ਲੋਕ ਵੀ ਵਸਦੇ ਨੇ। ਸੋ ਭਾਈ ਇਹ ਸਾਡੇ ਵਾਸਤੇ ਜਿੰਨੀ ਕੁ ਲਗਜ਼ਰੀ ਹੈ ਜੀ, ਜਿਹੜੀ ਜ਼ਰੂਰਤ ਤੋਂ ਵੱਧ ਲਗਜ਼ਰੀ ਆ, ਸ਼ਾਇਦ ਜੌਲ ਸਾਹਿਬ ਵੀ ਪ੍ਰੀਟੀ ਸ਼ੋਰ ਤੁਸੀਂ ਇਸ ਚੀਜ਼ ਨਾਲ ਸ਼ਾਇਦ ਸਹਿਮਤ ਹੋਵੋਗੇ ਕਿ ਜਿਹੜੀ ਜ਼ਰੂਰਤ ਤੋਂ ਵੱਧ ਜਿਹੜੀ ਲਗਜ਼ਰੀ ਦੇ ਵਿੱਚ ਆ ਗਈ, ਉਹ ਫਿਰ ਜੀ ਇੱਕ ਸੁਪਰੀਅਰਿਟੀ ਦੀ ਜਿਹੜਾ ਨਾ ਉਹ ਕੰਪਲੈਕਸ ਆ ਉਹ ਕ੍ਰੀਏਟ ਕਰਨ ਲੱਗ ਜਾਂਦੀ। ਉਹ ਬੰਦੇ ਨੂੰ ਲੱਗਦਾ ਵੀ ਮੈਂ ਤਾਂ ਬਾਕੀਆਂ ਨਾਲੋਂ ਬਹੁਤ ਵਧੀਆ ਤੇ ਮੈਨੂੰ ਤੇ ਘਰੇ ਲੋੜ ਹੀ ਕੋਈ ਨਹੀਂ ਪੈਣੀ, ਮੇਰੇ ਤੇ ਪਿੱਛੇ ਬੈਕਬੋਨ ਬਹੁਤ ਸਟਰੋਂਗ ਆ, ਪੇਰੈਂਟਸ ਵੀ ਬੜੇ ਤਕੜੇ ਨੇ ਜੀ, ਮੈਨੂੰ ਹਰ ਚੀਜ਼ ਮੁਹੱਈਆ ਕਰ ਸਕਦੇ ਨੇ। ਸੈੱਲ ਫੋਨਸ ਦੀ ਅਸੀਂ ਗੱਲ ਕਰਦੇ ਹਾਂ, ਇਕੱਲੇ ਸੈੱਲ ਫੋਨਸ ਨਹੀਂ ਜੀ, ਬ੍ਰਾਂਡਡ ਹਰ ਚੀਜ਼ ਜਿਹੜੀ ਆ ਉਹ ਇੱਕ ਮਾਈਂਡ ਸੈਟ ਹੀ ਹੋ ਰਹੀ ਹੈ ਜੀ ਇਹ ਜਨਰੇਸ਼ਨ ਦਾ, ਤੇ ਬਹੁਤ ਹੀ ਇੱਕ ਹੈਲਪਲੈਸਨੈਸ ਜਿਹੜੀ ਆ ਉਹ। ਜੀ ਮੈਂ ਤੁਹਾਨੂੰ ਹੋਰ ਪੜ੍ਹ ਕੇ ਦੱਸਦਾ, ਜਿਹੜੀ ਜੌਲ ਸਾਹਿਬ ਨੇ ਲਿਖਿਆ ਹੈ ਕਿ 100 ਦੇ ਵਿੱਚੋਂ 100 ਬੱਚੇ 620 ਦੇ ਵਿੱਚੋਂ ਆਦਤਨ 5 ਮਿੰਟ ਲੇਟ ਆਉਂਦੇ ਨੇ ਜੀ ਕਲਾਸ ਦੇ ਵਿੱਚ। ਉਹ 5 ਮਿੰਟ ਬੱਚੇ ਕਿੱਥੇ ਰਹਿੰਦੇ ਨੇ? ਇਹ ਸਵਾਲ ਹੁਣ ਟੀਚਰਸ ਦੇ ਵਾਸਤੇ ਹੀ ਨਹੀਂ ਇੰਪੋਰਟੈਂਟ, ਇਹ ਉਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਬੱਚਿਆਂ ਦੇ ਮਾਪਿਆਂ ਵਾਸਤੇ ਹੈ ਕਿ ਜੇ ਭਾਈ ਬੱਚਿਆਂ ਨੂੰ ਤਾਂ ਉਹਨਾਂ ਦਾ ਪਤਾ ਹੀ ਨਹੀਂ, ਉਹ ਤਾਂ ਫਿਰ ਗੱਡੀ ਤੇ ਛੱਡ ਆਏ ਤੇ ਗੱਡੀ ਤੇ ਲੈ ਆਏ, ਹਾਊ ਵਾਜ਼ ਯੂਰ ਡੇ, ਫਾਈਨ ਡੈਡ, ਦੈਟਸ ਇਟ, ਤੇ ਉੱਥੇ ਖਤਮ ਹੋ ਜਾਂਦੀ ਗੱਲ। ਜੌਲ ਸਾਹਿਬ ਜਿਹੜਾ ਇੱਕ ਦੂਸਰਾ ਤੁਸੀਂ ਜਿਹੜਾ ਨੁਕਤਾ ਉਹਨੇ ਮੈਨੂੰ ਬਹੁਤ ਡਿਸਟਰਬ ਕੀਤਾ ਕਿ ਜਿਹੜਾ ਅਜੇ ਇਹਨਾਂ ਆਪਣੇ ਬੈਕ ਹੋਮ ਅਸੀਂ ਗੁਰਬਾਣੀ ਦੇ ਉਲਟ ਚੱਲ ਕੇ ਸਿੱਖ ਸਿਧਾਂਤਾਂ ਦੇ ਬਿਲਕੁਲ ਖਿਲਾਫ ਚੱਲਦਿਆਂ ਹੋਇਆਂ ਜਿਹੜਾ ਜੀ ਅਜੇ ਤੱਕ ਵਰਤਾਰਾ ਚੱਲ ਰਿਹਾ ਜੀ ਕਿ ਤੁਸੀਂ ਗੋਤ ਪਿੱਛੇ ਲਾਉਣਾ ਨਹੀਂ ਲਾਉਣਾ, ਜੇ ਚੱਲ ਲਾ ਵੀ ਲਿਆ ਤੇ ਪਰ ਉਹਨੂੰ ਤੁਸੀਂ ਵੱਡੇ ਵੱਡੇ ਅੱਖਰਾਂ ਦੇ ਵਿੱਚ ਕਰਕੇ ਕਿ ਜੇ ਮੈਂ ਜੱਟ ਹੁੰਨਾ, ਮੈਂ ਫਲਾਨਾ ਹੁੰਨਾ, ਤੇ ਉਹ ਦੂਜਿਆਂ ਨੂੰ ਤੁਸੀਂ ਥੱਲੇ ਲਾਉਣ ਦੀ ਗੱਲ ਦੇ ਵਾਸਤੇ ਬੈਕ ਹੋਮ ਬਹੁਤ ਚੱਲਦਾ ਰਿਹਾ। ਪਰ ਉਹ ਇੱਥੋਂ ਦੇ ਜੰਮੇ ਪਲੇ ਬੱਚਿਆਂ ਦੇ ਵਿੱਚ ਵੀ ਘਰ ਕਰ ਜਾਏਗਾ, ਇਹਦੀ ਜੀ ਮੈਨੂੰ ਅੱਜ ਹੈਰਾਨੀ ਹੋਈ ਹੈ ਤੁਹਾਡੇ ਸਟੈਟ ਸੁਣ ਕੇ। ਉਹਦੇ ਬਾਰੇ ਦੱਸੋ, ਕੀ ਤੁਸੀਂ ਕੀ ਮਹਿਸੂਸ ਕੀਤਾ? ਜੀ ਡਾਕਟਰ ਸਾਹਿਬ, ਇਸ ਤਰ੍ਹਾਂ ਵੀ ਜਦੋਂ ਇਸ ਪੋਜੀਸ਼ਨ ਤੇ ਜਾ ਕੇ ਨਾ ਸਭ ਤੋਂ ਪਹਿਲਾਂ ਮੇਰਾ ਕੰਮ ਇਹ ਸੀਗਾ ਵੀ ਜਿਹੜਾ ਕਮਿਊਨਿਟੀ ਨੂੰ ਇਹ ਲੱਗਦਾ ਵੀ ਸਕੂਲਾਂ ਦੇ ਵਿੱਚ ਰੇਸਿਜ਼ਮ ਆ, ਸਕੂਲਾਂ ਦੇ ਵਿੱਚ ਬੁਲਿੰਗ ਆ, ਸਕੂਲਾਂ ਦੇ ਵਿੱਚ ਡਰੱਗ ਆ, ਇਹ ਸਮੱਸਿਆਵਾਂ ਹੈਗੀਆਂ ਕਿ ਨਹੀਂ? ਜੇ ਹੈਗੀਆਂ ਤੇ ਇਹਨਾਂ ਦੀ ਜੜ ਕਿੱਥੇ ਆ? ਸੋ ਇਹ ਜਿਹੜੀਆਂ ਡਰੱਗਸ ਤੇ ਕੁਝ ਸਕੂਲਾਂ ਦੇ ਵਿੱਚ ਉਹਨਾਂ ਨੇ ਮੰਨਿਆ ਜੀ ਵੀ ਮਾਈਨਰ ਇਸ਼ੂ ਹੈ, ਕੋਈ 1-2 ਇਸ਼ੂ ਸਾਲ ਦੇ ਵਿੱਚ ਆਵੇ ਤਾਂ ਅਸੀਂ ਉਹਨੂੰ ਟੈਕਲ ਕਰ ਲੈਂਦੇ ਹਾਂ। ਪਰ ਇੱਕ ਸਕੂਲ ਦੇ ਵਿੱਚ ਇਹ ਮੰਨਿਆ ਗਿਆ ਵੀ ਇਸ਼ੂ ਹੈਗਾ, ਪਰ ਸਾਡੇ ਕੋਲ ਅੰਦਰ ਤੇ ਬਾਹਰ ਕੈਮਰੇ ਵੀ ਆ, ਅਸੀਂ ਕਾਫੀ ਜਿਹੜਾ ਜੀ ਕੋਸ਼ਿਸ਼ ਕਰਦੇ ਹਾਂ, ਵਾਸ਼ਰੂਮ ਦੇ ਬਾਹਰ ਵੀ ਕੈਮਰੇ ਲਾਏ ਹੋਏ ਆ। ਪਰ ਜਿਹੜੇ ਘਰਾਂ ਤੋਂ ਜਾਣੀ ਕੈਸ਼ ਤੇ ਦਿੱਤਾ ਜਾਂਦਾ ਕ੍ਰੈਡਿਟ ਕਾਰਡ ਦੀ ਫੈਸਿਲਿਟੀ ਬੱਚਿਆਂ ਨੂੰ, ਉਹ ਪੁਆੜੇ ਦੀ ਜੜ ਇੱਦਾਂ ਆ ਵੀ ਬਾਹਰੋਂ ਜਦੋਂ ਉਹਨਾਂ ਨੇ ਲੰਚ ਖਰੀਦਣ ਜਾਣਾ ਵੀ ਉਹ ਲੰਚ ਵੀ ਖਰੀਦ ਸਕਦੇ ਆ ਤੇ ਆਲੇ ਦੁਆਲੇ ਭੰਗ ਜਾਂ ਹੋਰ ਨਿਕ ਸੁੱਕ ਦੀਆਂ ਦੁਕਾਨਾਂ ਤੋਂ ਨਿਕ ਸੁੱਕ ਸਿਗਰਟਾਂ ਵੇਚਿੰਗ ਵੀ ਖਰੀਦ ਕੇ ਆ ਸਕਦੇ ਆ ਜੀ। ਕਿਉਂਕਿ ਉਹਨਾਂ ਨੂੰ ਮੈਂ ਸਵਾਲ ਕੀਤਾ ਸੀਗਾ ਵੀ ਜੇ ਇੱਥੇ ਤੁਹਾਡੇ ਨਸ਼ੇ ਹੈਗੇ ਤੁਹਾਨੂੰ ਪਤਾ ਆ ਤੇ ਤੁਸੀਂ ਸਕੂਲ ਦੇ ਮਾਲਕ ਕਸਟੋਡੀਅਨ ਆ, ਇੱਥੇ ਚੌਂਕੀਦਾਰ ਆ, ਤੇ ਤੁਹਾਡੇ ਹੁੰਦਿਆਂ ਨਸ਼ੇ ਆਉਂਦੇ ਕਿੱਦਾਂ ਆ ਸਕੂਲ ਦੇ ਵਿੱਚ? ਉਹ ਕਹਿੰਦੇ ਜੀ ਇੱਦਾਂ ਆਉਂਦੇ ਆ ਵੀ ਜਦੋਂ ਹੁਣ ਬੱਚਿਆਂ ਕੋਲ ਬਾਇੰਗ ਪਾਵਰ ਆ, ਕੈਸ਼ ਪੈਸੇ ਦਿੱਤੇ ਹੋਏ ਆ, ਉਹਨਾਂ ਨੂੰ ਕ੍ਰੈਡਿਟ ਕਾਰਡ ਦਿੱਤਾ ਹੋਇਆ, ਖਰੀਦਣਾ ਤਾਂ ਉਹਨਾਂ ਨੇ ਲੰਚ ਆ, ਪਰ ਜਿਨ੍ਹਾਂ ਬੱਚਿਆਂ ਦੇ ਸਿਰਾਂ ਵਿੱਚ ਕੋਈ ਖਰਾਬੀ ਆ ਉਹ ਨਾਲ ਲਾਗੇ ਉੱਥੇ ਦੁਕਾਨ ਦੇ ਵਿੱਚੋਂ ਹੋਰ ਜੋ ਚਾਹੁਣਗੇ ਸਿਗਰਟਾਂ ਜਾਂ ਬਾਕੀ ਵਗੈਰਾ ਵੀ ਪ੍ਰਬੰਧ ਕਰ ਲੈਂਦੇ ਆ ਜੀ। ਇੱਦਾਂ ਉਹ ਸਕੂਲਾਂ ਦੇ ਵਿੱਚ ਬੱਚਿਆਂ ਦੇ ਰਾਹੀਂ ਹੀ ਆਉਂਦੇ ਆ ਤੇ ਆਉਂਦੇ ਪੇਰੈਂਟਸ ਵੱਲੋਂ ਉਹਨਾਂ ਨੂੰ ਦਿੱਤੀ ਹੋਈ ਬਾਇੰਗ ਪਾਵਰ ਦੇ ਆਧਾਰ ਤੇ ਆ, ਕਿਉਂਕਿ ਸਕੂਲਾਂ ਦੇ ਵਿੱਚ ਕਿੰਡਰਗਾਰਟਨ ਤੋਂ ਲੈ ਕੇ ਗ੍ਰੇਡ 12 ਤੱਕ ਕਿਸੇ ਤਰ੍ਹਾਂ ਦੀ ਕੋਈ ਕੈਸ਼ ਦੀ ਬੱਚਿਆਂ ਨੂੰ ਲੋੜ ਨਹੀਂ, ਤੇ ਜਿਹੜੇ ਪੇਰੈਂਟਸ ਅਵੇਅਰ ਆ ਉਹ ਬੱਚਿਆਂ ਨੂੰ ਲੰਚ ਘਰੋਂ ਬਣਾ ਕੇ ਦਿੰਦੇ ਆ ਤੇ ਬੱਚਿਆਂ ਨੂੰ ਉਹਨਾਂ ਨੇ ਮੇਕ ਸ਼ੋਰ ਕੀਤਾ ਹੁੰਦਾ ਵੀ ਲੰਚ ਵੇਲੇ ਸਕੂਲ ਦੇ ਵਿੱਚੋਂ ਬਾਹਰ ਨਹੀਂ ਨਿਕਲਣਗੇ। ਸੋ ਇਸ ਕਰਕੇ ਇਹ ਅੱਜ ਵੀ ਕਹਿ ਰਹੇ ਸੀਗੇ ਪ੍ਰਿੰਸੀਪਲ ਸਾਹਿਬ ਵੀ ਮੋਰ ਦੈਨ 90% ਬੱਚੇ ਪੇਰੈਂਟਸ ਦੇ ਆਰ ਵੈਰੀ ਗੁੱਡ, ਹਨਾ, ਪੇਰੈਂਟਸ ਜਿਹੜੇ ਬਹੁਤ ਓਬੀਡੀਐਂਟ ਆ। ਉਹੀ ਉਹ ਸਕੂਲ ਆ ਜਿੱਥੇ ਅਸੀਂ ਕਹਿੰਦੇ ਡਰੱਗ ਆ, ਉਹੀ ਉਹ ਸਕੂਲ ਆ ਜਿੱਥੇ ਇਹ ਹੌਲੀਡੇ ਸੀਜ਼ਨ ਦੀ ਬ੍ਰੇਕ ਤੋਂ ਪਹਿਲਾਂ ਬੱਚਿਆਂ ਨੇ ਗੁਰੂ ਨਾਨਕ ਦੇਵ ਜੀ ਦਾ ਦਿੱਤਾ ਹੋਇਆ ਸਾਨੂੰ ਲੰਗਰ ਲਵਾਇਆ ਤੇ ਸਾਰੇ ਸਕੂਲ ਨੇ ਬੈਠ ਕੇ ਪੁੰਜੇ ਲੰਗਰ ਖਾਧਾ ਸੀਗਾ ਜੀ। ਸੋ ਇਸ ਕਰਕੇ ਇਹ ਅੱਜ ਵੀ ਪਰ ਜਿਹੜੇ 2, 4, 5, 10% ਇਹਨਾਂ ਦਾ ਜ਼ਿਕਰ ਹੁੰਦਾ, ਹੁਣ ਆਪਾਂ ਦੇਖਿਆ ਵੀ ਇੱਕੋ ਗੱਫੇ 'ਚ ਹੀ ਉਹ 16 ਸਸਪੈਂਡ ਹੋ ਗਏ ਤੇ 16 ਦੇ 16 ਪੰਜਾਬੀ ਆ ਨਾ ਜੀ। ਤਦ ਕਰਕੇ ਇਹ ਆ ਵੀ ਇਹ ਜਿਹੜੀ ਬਹੁਤ ਥੋੜੀ ਗਿਣਤੀ ਦੇ ਵਿੱਚ ਇਦਾਂ ਦੇ ਉਪੱਦਰ ਕਰਨ ਵਾਲੇ ਲੋਕ ਆ, ਉਹ ਫਿਰ ਸਾਰੇ ਸਕੂਲ ਦਾ, ਸਾਰੀ ਸੁਸਾਇਟੀ ਦਾ ਮਾਹੌਲ ਖਰਾਬ ਕਰਨ ਲਈ ਆਪਣੀ ਤਾਂ ਲਾਈਫ ਚਲੋ ਬਰਬਾਦ ਕਰਦੇ ਹੀ ਆ ਲੋਕ, ਹਨਾ ਜੀ। ਸੋ ਕੁੱਲ ਮਿਲਾ ਕੇ ਹੁਣ ਫਿਰ ਇਹ ਦੇਖਿਆ ਗਿਆ
ਵੀ ਡਰੱਗ ਦੇ ਇਸ਼ੂ ਦੀ ਜੜ ਜਦੋਂ ਇਹ ਪਤਾ ਲੱਗੀ ਵੀ ਪੇਰੈਂਟਸ ਹੀ ਆ ਜਿਹੜੇ ਬਾਇੰਗ ਪਾਵਰ ਦਿੰਦੇ ਆ ਤੇ ਡਰੱਗ ਸਕੂਲ 'ਚ ਬੱਚਿਆਂ ਦੇ ਰਾਹੀਂ ਆਉਂਦੀ ਆ। ਸੋ ਰੇਸਿਜ਼ਮ ਵੀ ਇਦਾਂ ਹੀ ਆ ਵੀ ਇਹ ਉਹ ਟੀਚਰ ਪ੍ਰਿੰਸੀਪਲ ਕਹਿੰਦੇ ਵੀ ਅਸੀਂ ਇੱਥੇ ਕੋਈ ਰੇਸਿਜ਼ਮ ਕਰਨਾ ਥੋੜ੍ਹਾ ਸਕੂਲੇ ਸਿਖਾਲਦੇ ਆ, ਅਸੀਂ ਕੋਈ ਥੋੜ੍ਹਾ ਇੱਥੇ ਬੱਚਿਆਂ ਨੂੰ ਦੱਸਦੇ ਆ ਵੀ ਜੱਟ ਕੀ ਹੁੰਦਾ ਤੇ ਸਿੱਖ ਕੀ ਹੁੰਦਾ ਜਾਂ ਕੀ ਇਹ ਸਾਰਾ ਕੁਛ ਹੈਗਾ। ਵੀ ਇਹ ਸਭ ਕੁਝ ਘਰਾਂ ਤੋਂ, ਪੇਰੈਂਟਸ, ਗ੍ਰੈਂਡ ਪੇਰੈਂਟਸ ਤੋਂ ਜਾਂ ਸੁਸਾਇਟੀ ਦੇ ਵਿੱਚੋਂ ਹੀ ਬੱਚੇ ਸਕੂਲ ਦੇ ਵਿੱਚ ਲੈ ਕੇ ਆਉਂਦੇ ਆ ਤੇ ਸਕੂਲ ਦੇ ਵਿੱਚ ਬੱਚਿਆਂ ਨੂੰ ਜਾਣੀ ਕਿ ਉਹਨਾਂ ਦੇ ਵਿੱਚ ਜਦੋਂ ਇਹ ਜੱਟ ਕੋਈ ਬਹੁਤ ਵੱਡੀ ਗੱਲ ਜਾਣੀ ਕਿ ਹੁੰਦੀ, ਬਹੁਤ ਮਾਣ ਮੱਤੀ ਜਾਂ ਕੋਈ ਵੀ ਬਹੁਤ ਸਿਰ ਉੱਚਾ ਕਰਕੇ ਜੱਟ ਤੁਰ ਸਕਦਾ, ਵੀ ਜਦੋਂ ਉਹਨਾਂ ਨੂੰ ਏਦਾਂ ਨਿੱਕੇ ਬੱਚਿਆਂ ਨੂੰ ਲੱਗਦਾ ਉਸ ਬੇਸ ਤੇ ਜਾਣੀ ਕਿ ਫਿਰ ਕਿਤੇ ਨਾ ਕਿਤੇ ਵੀ ਆਪਾਂ ਫਿਰ ਘਰਾਂ ਦੇ ਵਿੱਚ ਇਹ ਵੀ ਕਹਿੰਦੇ ਆ ਵੀ ਤੂੰ ਭਾਈ ਜਾ ਕੇ ਕਲਾਸ ਦੇ ਵਿੱਚ ਉਹ ਫਲਾਨੀ ਕਿਸਮ ਦੇ ਬੱਚੇ ਨੂੰ ਨਹੀਂ ਬਿਲਕੁਲ ਆਪਣਾ ਦੋਸਤ ਬਣਾਉਣਾ, ਫਲਾਨੀ ਕਿਸਮ ਦੀ ਬੱਚੀ ਨੂੰ ਆਪਣੀ ਕਦੀ ਗਰਲਫ੍ਰੈਂਡ ਨਹੀਂ ਬਣਾਉਣਾ। ਉਹਦੇ ਵਿੱਚੋਂ ਹੀ ਫਿਰ ਇਹ ਐਨ ਵਰਡ ਡਿਵੈਲਪ ਹੋ ਜਾਂਦਾ ਜਦੋਂ ਅਸੀਂ ਕਾਲਾ ਕਾਲੀ ਸ਼ਬਦ ਯੂਜ਼ ਕਰਦੇ ਹਾਂ। ਅੱਛਾ, ਹੁਣ ਮੈਨੂੰ ਸਿਸਟਮ ਦੇ ਵਿੱਚ ਜਾ ਕੇ ਪਤਾ ਲੱਗਾ ਵੀ ਅਸੀਂ ਬੁਲਿੰਗ ਦੀ, ਰੇਸਿਜ਼ਮ ਦੀ ਗੱਲ ਤੇ ਕਰਦੇ ਹਾਂ, ਪਰ ਇਹ ਕਦੇ ਗੱਲ ਨਹੀਂ ਸੁਣਦੇ ਆ ਵੀ ਬੁਲਿੰਗ, ਰੇਸਿਜ਼ਮ ਸਾਡੇ ਬੱਚੇ ਹੋਰਨਾਂ ਬੱਚਿਆਂ ਨਾਲ ਵੀ ਕਰਦੇ ਆ ਜੀ। ਸਾਡੇ ਬੱਚੇ ਇਹ ਬੁਲਿੰਗ ਕਰਨ ਕਰਕੇ ਸਸਪੈਂਡ ਹੁੰਦੇ ਆ। ਘੱਟੋ ਘੱਟ 4 ਸਕੂਲਾਂ ਦੇ ਵਿੱਚ ਹੁਣ ਮੈਨੂੰ ਪਤਾ ਲੱਗ ਚੁੱਕਾ ਵੀ ਵਿਦ ਇਨ ਲਾਸਟ 4 ਵੀਕਸ ਸਾਡੇ 6 ਬੱਚੇ ਰੇਸਿਜ਼ਮ ਕਰਕੇ ਸਸਪੈਂਡ ਹੋਏ ਆ ਜੀ। ਪਰਸੋਂ ਵੀ 2 ਬੱਚੇ ਵਾਰਡ 9 ਦੇ ਵਿੱਚ ਸਸਪੈਂਡ ਕਰਨੇ ਪਏ ਰੇਸਿਜ਼ਮ ਕਰਕੇ, ਐਨ ਵਰਡ ਕਰਕੇ ਜੀ। ਸੋ ਜਦੋਂ ਬੱਚਾ ਸਸਪੈਂਡ ਹੋ ਜਾਂਦਾ, ਇੱਕ ਫੈਮਿਲੀ 'ਚ ਕਈ ਵਾਰੀ ਤਾਂ 2 ਬੱਚੇ ਸਸਪੈਂਡ ਹੋ ਜਾਂਦੇ ਆ ਜੀ, ਤੇ ਪੇਰੈਂਟਸ ਨੂੰ ਤਾਂ ਨੈਚੁਰਲੀ ਉਸ ਵੇਲੇ ਵਕਤ ਪੈ ਜਾਂਦਾ ਜੀ, ਫਿਰ ਇਹ ਬਣਿਆ ਕੀ ਹੈ, ਉਹਨਾਂ ਨੂੰ ਫਿਰ ਫਿਕਰ ਪੈ ਜਾਂਦਾ ਵੀ ਜੋੜ ਸਾਹਿਬ ਜਿਹੜਾ ਕਿਉਂਕਿ ਆਪਾਂ ਅਲਟੀਮੇਟਲੀ ਤੁਸੀਂ ਉਸ ਪੋਜੀਸ਼ਨ ਦੇ ਵਿੱਚ ਹੋ ਕਿ ਜਿੱਥੇ ਆਪਾਂ ਸਮੱਸਿਆਵਾਂ ਬੇਸ਼ੱਕ ਆਪਾਂ ਨੂੰ ਦੇਰ ਤੋਂ ਪਤਾ ਸੀ, ਹੁਣ ਤੁਹਾਨੂੰ ਉਹ ਪਰਸਨਲ ਲੈਵਲ ਤੇ ਉਹਨਾਂ ਦਾ ਹੋਰ ਅਧਿਕਾਰਤ ਤੌਰ ਤੇ ਪਤਾ ਲੱਗਣਾ ਸ਼ੁਰੂ ਹੋ ਗਿਆ, ਅੰਕੜੇ ਵੀ ਆਪਣੇ ਕੋਲੇ ਆਉਣੇ ਸ਼ੁਰੂ ਹੋ ਗਏ, ਤੇ ਜ਼ਾਹਿਰ ਹੈ ਕਿ ਤੁਸੀਂ ਵੀ ਉਨੇ ਇੰਟਰਸਟਡ ਹੋ ਜਿੰਨੇ ਪੇਰੈਂਟਸ ਜਾਂ ਕਮਿਊਨਿਟੀ ਹੈ ਕਿ ਅਲਟੀਮੇਟਲੀ ਆਪਾਂ ਨੂੰ ਵੀ ਹੈਵ ਟੂ ਫਾਈਂਡ ਅ ਸੋਲਿਊਸ਼ਨ ਟੂ these problems। ਹੁਣ ਆਪਾਂ ਨੂੰ ਉਹ ਗੱਲ ਹੈ, ਉਹਦੇ ਵਾਸਤੇ ਫਿਰ ਆਪਾਂ ਨੂੰ ਚਰਚਾ ਇਹ ਕਰਨੀ ਵੀ ਲਾਜ਼ਮੀ ਹੈ। ਉੱਥੇ ਫਿਰ ਜਿਹੜੇ ਪੇਰੈਂਟਸ ਨੇ ਤੇ ਉਹਨਾਂ ਦਾ ਮੈਂ ਸਮਝਦਾ ਕਿ ਉਹਨਾਂ ਨੂੰ ਇਹ ਮੰਨਣੀ ਪਏਗੀ ਗੱਲ ਕਿ ਹਾਂ ਭਾਈ ਉਹਨਾਂ ਦੇ ਨੈਗਲੀਜੈਂਸ ਕਰਕੇ ਜਾਂ ਉਹਨਾਂ ਵੱਲੋਂ ਬਹੁਤ ਹੀ ਅਣਸੋਚੀ ਖੁੱਲ੍ਹ ਦੇਣ ਦੇ ਕਾਰਨ ਵੀ ਬੱਚਿਆਂ ਦੇ ਵਿੱਚ ਉਹ ਇਸ ਤਰ੍ਹਾਂ ਦਾ ਜਿਹੜਾ ਆਪਾਂ ਜਿਹਦੀ ਜ਼ਿਕਰ ਕਰ ਰਹੇ ਹਾਂ ਕਿ ਉਸ ਤਰ੍ਹਾਂ ਦੀ ਰੇਸਿਜ਼ਮ ਦੀ ਗੱਲ ਆਉਂਦੀ, ਕਿਉਂਕਿ ਘਰਾਂ ਦੇ ਵਿੱਚ ਉਹ ਗੱਲ ਕਰਦੇ ਨੇ, ਘਰਾਂ ਦੇ ਵਿੱਚੋਂ ਕਰੋ ਛੱਡ, ਉਹਨਾਂ ਨੇ ਘਰੇ ਕੀ ਜਾਣਾ, ਉਹਨਾਂ ਦਾ ਛੋਟਾ ਘਰ ਹੈ, ਉਹ ਛੱਡ ਅਸੀਂ ਉਹ ਤਾਂ ਪਿੰਡ ਤੋਂ ਜਾਣਦੇ ਫਲਾਣੇ ਨੂੰ, ਉਹ ਤਾਂ ਮਾਈਂਡ ਸੈਟ ਹੀ ਉਹਨਾਂ ਨੂੰ ਉਹੋ ਜਿਹਾ ਦਿੱਤਾ ਜਾ ਰਿਹਾ ਨਾ ਜੀ, ਉਹਦੀ ਉਹ ਪਰਵਰਿਸ਼ ਹੀ ਇਸ ਤਰ੍ਹਾਂ ਦੀ ਹੋ ਰਹੀ ਆ ਕਿ ਤੁਸੀਂ ਤੇ ਬਹੁਤ ਸੁਪੀਰੀਅਰ ਹੋ, ਵੀ ਤੁਸੀਂ ਤੇ ਜੱਟ ਹੋ ਤੇ ਤੁਹਾਡੇ ਤੇ ਉਹ ਇਹ ਜਿਹੜੀ ਗੱਲ ਇਹਨਾਂ ਨੇ ਕੀਤੀ ਹੈ ਵੀ ਉਹ ਘਰ ਚੋਂ ਸ਼ੁਰੂ ਹੁੰਦੀ ਹੈ। ਸਭ ਮਾਈਂਡ ਸੈਟ, ਕਿਉਂਕਿ ਮੈਂ ਹੁਣ ਇਸ ਚੀਜ਼ ਨੂੰ ਪਰਸਨਲੀ ਜੇ ਦੇਖਾਂ ਜੀ ਆਪਣੇ ਆਪ ਤੇ ਲਗਾ ਕੇ, ਤੇ ਬੱਚੇ ਨੂੰ ਜਿੰਨੀ ਦੇਰ ਤੁਸੀਂ ਦੱਸਿਆ ਹੀ ਨਹੀਂ ਭਾਈ ਤੂੰ ਕੌਣ ਆ, ਤੇਰਾ ਗੋਤ ਕੀ ਆ, ਜੱਟ ਕੌਣ ਹੁੰਦੇ ਆ, ਤੇ ਉਹ ਜਦੋਂ ਆ ਕੇ, ਪਰ ਮੈਂ ਤੁਹਾਨੂੰ ਇੱਥੇ ਇੰਨਾ ਜ਼ਰੂਰ ਦੱਸਣਾ, ਸਕੂਲ ਜਦੋਂ ਹਾਈ ਸਕੂਲ ਜਾਣ ਲੱਗ ਗਏ ਬੱਚੇ ਜੌਲ ਸਾਹਿਬ, ਤੇ ਫਿਰ ਉਹਨਾਂ ਨੇ ਆਪ ਆ ਕੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ, ਕਿਉਂਕਿ ਉਹਨਾਂ ਦੇ ਉੱਤੇ ਪੀਅਰ ਪ੍ਰੈਸ਼ਰ ਜਿਹੜਾ ਪੈਂਦਾ, ਦੂਜੇ ਪਾਸੇ ਜਿਹੜੇ ਬੱਚੇ ਉਹ ਆ ਕੇ ਪੁੱਛਦੇ ਵੀ ਤੂੰ ਜੱਟ ਆ। ਜਦੋਂ ਉਹਨੂੰ ਪੁੱਛਦੇ ਬੱਚੇ ਨੂੰ, ਫਿਰ ਉਹ ਘਰੇ ਆ ਕੇ ਪੁੱਛਦਾ ਜਿਵੇਂ ਕਿ ਉਹਦੇ ਚੰਗੇ ਗ੍ਰੇਡ ਲੈਣ ਦੇ ਵਾਸਤੇ ਇਹ ਬੜੀ ਵੱਡੀ ਕੁਆਲੀਫਿਕੇਸ਼ਨ ਹੋਵੇ, ਜਿਹੜੀ ਕਿ ਇੱਥੇ ਪਹਿਲਾਂ ਨਹੀਂ ਸੀ, ਬਿਲਕੁਲ ਨਹੀਂ ਸੀ। ਔਰ ਕਈ ਅਸੀਂ ਸਮੱਸਿਆਵਾਂ ਇੱਥੇ ਲਿਆ ਕੇ ਉਹਨਾਂ ਨੂੰ ਹੱਲ ਕਰਨ ਦੀ ਬਜਾਏ ਅਸੀਂ ਸਮੱਸਿਆਵਾਂ ਦੇ ਵਿੱਚ ਵਾਧਾ ਕਰ ਰਹੇ ਹਾਂ। ਸਤਿ ਸ਼੍ਰੀ ਅਕਾਲ ਭੈਣ ਜੀ। ਗੁਲਸ਼ਨ ਜੀ ਸਤਿ ਸ਼੍ਰੀ ਅਕਾਲ। ਮੈਂ ਤੇ ਇਹਨਾਂ ਨੂੰ ਬਸ ਥੈਂਕਸ ਕਰਨ ਵਾਸਤੇ ਕੀਤਾ ਜੀ, ਬਹੁਤ ਵਧੀਆ ਕੰਮ ਕਰ ਰਹੇ ਆ ਤੇ ਇਸੇ ਤਰ੍ਹਾਂ ਜਾਰੀ ਰੱਖੋ। ਮੈਨੂੰ ਆਸ ਹੈ ਵੀ 4-5 ਸਾਲ 'ਚ ਬਹੁਤ ਵਧੀਆ ਚੇਂਜ ਆ ਜਾਊਗੀ। ਹਾਂਜੀ, ਇਹਨਾਂ ਦੇ ਵਧੀਆ ਕੰਮ ਜੀ, ਮੈਂ ਇਹਨਾਂ ਨੂੰ ਫੁੱਲ ਭੇਜ ਦਿੱਤੇ ਤੇ ਐਕਸੈਪਟ ਕਰ ਲਿਆ ਜੀ। ਜੌਲ ਸਾਹਿਬ ਤੁਹਾਨੂੰ ਜੀ ਇਹਨਾਂ ਨੇ ਵਧਾਈਆਂ ਭੇਜਤੀਆਂ ਜੀ। ਨਹੀਂ ਜੀ, ਵਧਾਈਆਂ ਤੁਹਾਨੂੰ ਭੈਣ ਭਰਾਵਾਂ ਨੂੰ ਜਿਨ੍ਹਾਂ ਨੇ ਦੇਖੋ ਟੌਪ ਤੇ ਸਤਪਾਲ ਜੌਲ ਨੂੰ ਰੱਖਿਆ ਹੈ ਜੀ, ਸਭ ਤੋਂ ਜ਼ਿਆਦਾ ਵੋਟਾਂ ਪਰਸੈਂਟੇਜ ਵਾਈਜ਼ ਵੀ ਇੰਨੀਆਂ ਕਿਸੇ ਨੂੰ ਪਈਆਂ ਹੀ ਨਹੀਂ ਜਿੰਨੀਆਂ ਤੁਸੀਂ ਮੈਨੂੰ ਪਾਤੀਆਂ ਭੈਣ ਭਰਾਓ। ਬਹੁਤ ਬਹੁਤ ਧੰਨਵਾਦ ਕਰਦੇ। ਜ਼ਿੰਮੇਵਾਰੀ ਬਹੁਤ ਵਧਾਤੀ ਜੀ, ਜ਼ਿੰਮੇਵਾਰੀ ਦਾ ਟੋਕਰਾ ਬਹੁਤ ਸਾਰਾ ਕਰਤਾ ਇਹਨਾਂ ਨੇ ਜੀ। ਇਹਨਾਂ ਨੇ ਮੈਂ ਕਹਿੰਦਾ ਇਹ ਤਾਂ ਜ਼ਿੰਮੇਵਾਰੀ ਹਮੇਸ਼ਾ ਹੀ ਜ਼ਿੰਮੇਵਾਰੀ ਦੇਈ ਉਸ ਬੰਦੇ ਨੂੰ ਹੁੰਦੀ ਹੈ, ਚੂਜ਼ ਹੀ ਉਹਨੂੰ ਕੀਤਾ ਜਾਂਦਾ ਜਿਹਦੇ ਤੇ ਸਾਨੂੰ ਪੂਰਾ ਭਰੋਸਾ ਫਿਰ ਬਣਿਆ ਹੁੰਦਾ। ਜੌਲ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਇਹਦੇ ਸੰਬੰਧ ਵਿੱਚ? ਜਿਹੜੀ ਪਰ ਕੁੱਲ ਮਿਲਾ ਕੇ ਜਾਣੀ ਕਿ ਇਹ ਜਿਹੜਾ ਸਕੂਲਾਂ ਦੇ ਵਿੱਚ ਇਹੋ ਜਿਹੇ ਹੋਰ ਉਪਦਰੀ ਜਾਣੀ ਬਣਨ ਤੋਂ ਲੋਕ ਆਪਾਂ ਰੋਕਣਾ ਕਿੱਦਾਂ ਆ, ਆਪਾਂ ਕੋਸ਼ਿਸ਼ ਉਹ ਕਰ ਰਹੇ ਹਾਂ ਵੀ ਉਹਦੇ ਵਿੱਚ ਸਕੂਲ ਸਿਸਟਮ, ਉਹਦੇ ਵਿੱਚ ਪ੍ਰਿੰਸੀਪਲ ਟੀਚਰਸ, ਉਹਦੇ ਵਿੱਚ ਪੇਰੈਂਟਸ, ਗ੍ਰੈਂਡ ਪੇਰੈਂਟਸ ਟੀਮ ਅਪ ਕਿੱਦਾਂ ਕਰ ਸਕਦੇ ਆ, ਇੱਕ ਦੂਸਰੇ ਦੇ ਹੋਰ ਕਲੋਜ਼ਰ ਆ ਕੇ ਕਿਸ ਤਰ੍ਹਾਂ ਬੱਚੇ ਦੇ ਬੈਸਟ ਇੰਟਰਸਟ ਵਾਸਤੇ ਜਿਹੜਾ ਜੀ ਵੀ ਉਹ ਕੰਮ ਕਰ ਸਕਦੇ ਆ। ਐਟ ਦਾ ਐਂਡ ਤੇ ਟੀਚਰਸ ਦਾ ਗੋਲ ਵੀ ਇਹੀ ਆ ਵੀ ਬੱਚਾ ਬੈਸਟ ਟੂ ਬੈਸਟ ਬਣ ਜਾਵੇ, ਪੇਰੈਂਟਸ, ਗ੍ਰੈਂਡ ਪੇਰੈਂਟਸ ਦਾ ਇਹੀ ਹੈ ਬੱਚੇ ਦੀ ਵੱਧ ਤੋਂ ਵੱਧ ਅਸੀਂ ਭਲਾਈ ਕਰ ਸਕੀਏ। ਇਸੇ ਕਰਕੇ ਸਵੇਰੇ ਉੱਠ ਕੇ ਸ਼ਾਮ ਤੱਕ ਸਾਰੀ ਭੱਜਣਾ ਹੈ। ਤੇ ਪਰ ਜੇ ਐਟ ਦਾ ਐਂਡ ਰਿਜ਼ਲਟ ਜਿਹੜਾ ਜੀ ਵੀ ਆਪਣੇ ਸਾਹਮਣੇ ਇਹ ਆ ਰਿਹਾ ਵੀ ਬੱਚਾ ਸਕੂਲੇ ਗਿਆ ਤੇ ਉੱਥੇ ਜਾ ਕੇ ਵਰਸ਼ੇ ਚਲਾਏ ਤੇ ਹੋ ਗਈਆਂ ਲੜਾਈਆਂ ਤੇ ਹੋ ਗਿਆ ਸਸਪੈਂਡ, ਤੇ ਫਿਰ ਨਵੀਂ ਤਰ੍ਹਾਂ ਦੀਆਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਜਿਹੜੀਆਂ ਉਹ ਸ਼ੁਰੂ ਹੋ ਜਾਂਦੀਆਂ। ਸੋ ਜੇ ਤੁਹਾਡੇ ਕੋਲ ਸਮਾਂ 1-2 ਮਿੰਟ ਹੈ ਤੇ ਮੈਂ ਗੱਲ ਕਰ ਲੈਣਾ ਜਿਹੜੀ ਕਿ, ਕਿਉਂਕਿ ਜਿਹੜਾ ਆਪਾਂ ਪ੍ਰੀਵੈਂਸ਼ਨ ਦੀ ਗੱਲ ਕਰਦੇ ਹਾਂ,
ਜਿੰਨਾ ਕਿ ਜਾਨੀ ਜਿਹੜੇ ਸੀਨੀਅਰ ਸਟਾਫ ਨਾਲ ਸੀਨੀਅਰ ਅਫੀਸ਼ੀਅਲਸ ਨਾਲ ਗੱਲ ਕਰਕੇ ਮੈਨੂੰ ਸਮਝ ਆ ਰਿਹਾ ਆ ਇਸ ਸਾਰੇ ਵਰਤਾਰੇ ਦੇ ਵਿੱਚ ਸਭ ਤੋਂ ਪਹਿਲਾਂ ਤੇ ਇੱਥੋਂ ਸ਼ੁਰੂਆਤ ਕਰਨੀ ਪੈਣੀ ਆ ਕਿ ਜਿਹੜਾ ਹਰ ਇੱਕ ਪੇਰੈਂਟਸ ਨੂੰ ਡਾਕਟਰ ਸਾਹਿਬ ਇਹ ਲੱਗਦਾ ਵੀ ਸਾਡੇ ਘਰ ਸੋਨਾ ਪੈਦਾ ਹੋਇਆ ਤੇ ਪੱਥਰ ਕਿਤੇ ਹੋਰ ਪੈਦਾ ਹੋਇਆ ਹੋਊ। ਹੁਣ ਇਹ ਜਿਹੜਾ ਬੱਚਾ ਤਾਂ ਬੱਚਾ ਆ ਜੀ, ਵੀ ਬੱਚਾ ਗਲਤੀ ਵੀ ਕਰ ਸਕਦਾ, ਬੱਚਾ ਝੂਠ ਵੀ ਬੋਲ ਸਕਦਾ ਪੇਰੈਂਟਸ ਦੇ ਨਾਲ, ਤੇ ਉਹ ਸਾਡਾ ਬੱਚਾ ਵੀ ਹੋ ਸਕਦਾ, ਕਿਸੇ ਦਾ ਵੀ ਹੋ ਸਕਦਾ। ਸਭ ਤੋਂ ਪਹਿਲਾਂ ਸਾਨੂੰ ਇਹ ਮੰਨਣਾ ਪਊਗਾ ਵੀ ਸਾਡੇ ਬੱਚੇ ਵਿੱਚ ਵੀ ਨੁਕਸ ਹੋ ਸਕਦਾ ਜੇ ਕੋਈ ਦੱਸ ਰਿਹਾ, ਸਕੂਲੋਂ ਪਤਾ ਲੱਗ ਰਿਹਾ, ਅਕਸਰ ਕਿਸੇ ਕਾਰਨ ਕਰਕੇ ਸਸਪੈਂਡ ਹੋਇਆ ਹੋਊ। ਕਈ ਵਾਰੀ ਆਪਾਂ ਜਾਣੀ ਕਿ ਇਸ ਚੀਜ਼ ਨੂੰ ਮੰਨਣਾ ਰੈਕੋਗਨਾਈਜ਼ ਨਹੀਂ ਕਰਦੇ। ਜਿੰਨਾ ਚਿਰ ਅਸੀਂ ਸਮੱਸਿਆ ਨੂੰ ਪ੍ਰੋਬਲਮ ਰੈਕੋਗਨਾਈਜ਼ ਨਹੀਂ ਕਰਦੇ ਉਹਨਾਂ ਚਿਰ ਉਹਨੂੰ ਹੱਲ ਹੀ ਨਹੀਂ ਕੀਤਾ ਜਾ ਸਕਦਾ ਜੀ। ਸੋ ਇਹ ਤਾਂ ਦੂਸਰਾ ਇਹ ਹੈ ਜੀ ਜਿਹੜਾ ਇਹ ਕਾਸਟਿਜ਼ਮ ਜਾਂ ਇਹ ਜੱਟਵਾਦ ਦੀ ਗੱਲ ਆ ਵੀ ਇਸ ਤਰ੍ਹਾਂ ਦੇ ਭਪਕੇ ਅਸੀਂ ਬਣਾਉਂਦੇ ਆ ਤੇ ਉਹਦੇ ਨਾਲ ਫਿਰ ਅਸੀਂ ਬੱਚਿਆਂ ਨੂੰ ਸਿਖਾਲ ਕੇ ਭੇਜਦੇ ਹਾਂ ਵੀ ਆਹ ਕਾਲਾ ਕਾਲੀ ਜਾਂ ਵਗੈਰਾ ਇਦਾਂ ਦੀਆਂ ਗੱਲਾਂ ਵਰਤਦੇ ਵੀ ਉਹਨਾਂ ਨੂੰ ਨਾ ਆਪਣੀ ਕਿਤੇ ਗਰਲਫ੍ਰੈਂਡ ਬਣਾ ਲਈ, ਉਹਨੂੰ ਕਿਤੇ ਬॉयਫ੍ਰੈਂਡ ਬਣਾ ਲਈ, ਤੂੰ ਜੱਟ ਨੂੰ ਹੀ ਬਣਾਈ, ਤੂੰ ਜੱਟ ਆ ਤੇ ਤੂੰ ਗਾਂ ਜੱਟੀ ਹੋਣੀ ਚਾਹੀਦੀ ਆ। ਇਦਾਂ ਦੀਆਂ ਗੱਲਾਂ ਜਿਹੜੀਆਂ ਘਰੋਂ ਕੋਚ ਕਰਕੇ ਭੇਜਦੇ ਆ ਉਹਦੇ ਨਾਲ ਫਿਰ ਇਹ ਜਿਹੜਾ ਵਿਤਕਰਾ ਜਾਂ ਰੇਸਿਜ਼ਮ ਦੀ ਗੱਲ ਬੱਚੇ ਦੇ ਵਿੱਚ ਪੈਦਾ ਹੁੰਦੀ ਆ ਵੀ ਉਹ ਜਾ ਕੇ ਐਨ ਵਰਡ ਇਹ ਜਿਹੜਾ ਉੱਥੇ ਡਿਵੈਲਪ ਹੁੰਦਾ। ਕਿਉਂਕਿ ਮੈਂ ਡਾਇਰੈਕਟ ਕੁਐਸਚਨ ਜਿਹੜਾ ਜੀ ਪ੍ਰਿੰਸੀਪਲ ਸਾਹਿਬਾਨਾਂ ਨੂੰ ਕੀਤਾ ਸੀ ਵੀ ਇਹ ਐਨ ਵਰਡ ਸਾਡੇ ਬੱਚੇ ਇੰਨੀ ਵੱਡੀ ਗਿਣਤੀ 'ਚ ਸਕੂਲਾਂ 'ਚ ਸਸਪੈਂਡ ਹੋ ਰਹੇ ਆ, ਉਹਨਾਂ ਦੇ ਦਿਮਾਗ ਦੇ ਵਿੱਚ ਆਉਂਦਾ ਕਿੱਥੋਂ ਆਉਂਦਾ ਇਹ ਹੈ। ਸੋ ਫਿਰ ਉਹਨਾਂ ਨੇ ਇਹ ਗੱਲ ਸਾਨੂੰ ਸਮਝਾਈ ਸੀ ਵੀ ਇਹ ਕੋਚਿੰਗ ਉਹਨਾਂ ਨੂੰ ਘਰਾਂ ਤੋਂ ਮਿਲ ਕੇ ਆਉਂਦੀ ਆ। ਇਹ ਸਕੂਲ ਦੇ ਵਿੱਚ ਆ ਕੇ ਬਹੁਤ ਸਾਰੀਆਂ ਸਮੱਸਿਆਵਾਂ ਵੱਡੀਆਂ ਤੇ ਹੁੰਦੀਆਂ ਹੋਣਗੀਆਂ ਸਕੂਲ ਦੇ ਵਿੱਚ ਆ ਕੇ, ਪਰ ਉਹ ਪੈਦਾ ਘਰਾਂ 'ਚ ਹੁੰਦੀਆਂ ਜੀ, ਪੈਦਾ ਉਹ ਘਰਾਂ ਤੋਂ ਹੋ ਕੇ ਆਉਂਦੀਆਂ। ਤੇ ਦੂਸਰਾ ਇਹ ਆ ਜੀ ਵੀ ਜਿਹੜੀ ਉਹ ਖਾਸ ਗੱਲ ਆ ਵੀ ਹੁਣ ਬੱਚੇ ਬੈਡਰੂਮਾਂ 'ਚ ਕੀ ਕਰ ਰਹੇ ਆ, ਮਤਲਬ ਸਾਰੀ ਰਾਤ ਜਾ ਕੇ ਜਿਹੜੀ ਚੈਟਿੰਗ ਹੋ ਰਹੀ ਹੈ ਉਹਨਾਂ ਨੂੰ ਜੇ ਡਿਵਾਈਸਿਸ ਲੈ ਕੇ ਦਿੱਤੀਆਂ, ਪਹਿਲੀ ਗੱਲ ਤੇ ਪੇਰੈਂਟਸ ਤਾਂ ਲੈ ਕੇ ਦੇਣ ਜੇ ਉਹਨਾਂ ਨੂੰ ਕੰਟਰੋਲ ਵੀ ਰੱਖ ਸਕਦੇ ਆ। ਜੇ ਕੰਟਰੋਲ ਨਹੀਂ ਰੱਖ ਸਕਦੇ ਸਕੂਲ ਸਿਸਟਮ ਦੇ ਵਿੱਚ ਤੇ ਬੱਚੇ ਕੋਈ ਰਿਕੁਐਸਟ ਹੈ ਹੀ ਨਹੀਂ ਵੀ ਤੁਸੀਂ ਡਿਵਾਈਸ ਲੈ ਕੇ ਦੇਣੀ, ਫੋਨ ਲੈ ਕੇ ਦੇਣਾ ਛੋਟੇ ਬੱਚੇ ਨੂੰ। ਸੋ 12ਵੀਂ ਕਲਾਸ ਤੱਕ ਕੋਈ ਉਹਨੂੰ ਡਿਵਾਈਸ ਕਿਸੇ ਫੋਨ ਦੀ ਇਸ ਤਰ੍ਹਾਂ ਦੀ ਕੋਈ ਜ਼ਰੂਰਤ ਨਹੀਂ ਕਿ ਪੇਰੈਂਟਸ ਉਹਨੂੰ ਲੈ ਕੇ ਦੇਣ। ਜੇ ਪਰ ਹੁਣ ਲੈ ਕੇ ਦਿੱਤਾ ਤੇ ਫਿਰ ਉਹ ਉਹਨੂੰ ਕੰਟਰੋਲ ਕਰਨ ਦੇ ਸਮਰੱਥ ਹੋਣੇ ਚਾਹੀਦੇ ਹੈ। ਜੇ ਪੇਰੈਂਟਸ ਉਹਨੂੰ ਕੰਟਰੋਲ ਨਹੀਂ ਕਰ ਸਕਦੇ ਤੇ ਫਿਰ ਲੈ ਕੇ ਨਾ ਦੇਣ, ਅਜਿਹਾ ਟੀਚਰ ਕਹਿੰਦੇ ਆ ਜੀ। ਤੇ ਦੂਸਰੇ ਪਾਸੇ ਇਹ ਹੈ ਜੀ ਵੀ ਬੱਚਿਆਂ ਨੂੰ ਸਾਰੀ ਰਾਤ ਮਤਲਬ ਚੈਟਿੰਗ ਕਰਨ, ਸੌਣ ਦੇਣਾ, ਇਹ ਤੇ ਹੁਣ ਕੰਟਰੋਲ ਤੇ ਘਰਾਂ ਦੇ ਵਿੱਚ ਪੇਰੈਂਟਸ ਨੇ, ਗ੍ਰੈਂਡ ਪੇਰੈਂਟਸ ਨਹੀਂ ਕਰਨਾ ਜੀ। ਟੀਚਰਾਂ ਨੇ ਤੇ ਘਰਾਂ 'ਚ ਆ ਕੇ ਬੱਚਿਆਂ ਨੂੰ ਨਹੀਂ ਕਹਿਣਾ ਅਰਲੀ ਸੌਂ ਜਾਓ ਤੇ ਤਾਂ ਅਰਲੀ ਉੱਠ ਸਕੋਗੇ। ਇਹ ਥੋੜ੍ਹਾ ਵੀ ਤੁਸੀਂ ਰਾਤ ਨੂੰ 2 ਵਜੇ ਸੌਵੋਗੇ ਤੇ ਸਵੇਰੇ 6 ਵਜੇ ਕਿੱਦਾਂ ਉੱਠ ਪੋਗੇ ਸਕੂਲੇ ਜਾਣ ਵਾਸਤੇ। ਸੋ ਇਸ ਕਰਕੇ ਅਰਲੀ ਸੌਣਾ, ਅਰਲੀ ਉੱਠਣਾ, ਇਹ ਡਿਸਿਪਲਿਨ ਪੇਰੈਂਟਸ ਨੇ ਘਰਾਂ ਦੇ ਵਿੱਚ ਬਣਾਉਣਾ ਹੁੰਦਾ ਜੀ। ਦੂਸਰਾ ਇਹ ਆ ਅੱਜ ਦੀ ਮੀਟਿੰਗ 'ਚ ਵੀ ਸਾਹਮਣੇ ਆਇਆ, ਲਾਸਟ ਮੰਥ ਵੀ ਇਹ ਸਾਹਮਣੇ ਆਇਆ ਸੀਗਾ ਵੀ ਬਹੁਤ ਸਾਰੇ ਪੇਰੈਂਟਸ ਆਪਣੇ ਬੱਚਿਆਂ ਨੂੰ ਇਸ ਕਰਕੇ ਨਹੀਂ ਡਿਵਾਈਸ ਤੋਂ ਜਾਂ ਇੰਟਰਨੈਟ ਦੇ ਯੂਜ਼ੇਜ ਤੋਂ ਰੋਕ ਪਾ ਰਹੇ, ਚੈਟਿੰਗ ਤੋਂ, ਗਰੁੱਪਾਂ ਤੋਂ ਰੋਕ ਪਾ ਰਹੇ ਵੀ ਇਹ ਬੱਚੇ ਨੂੰ ਗੁੱਸੇ ਹੋ ਜਾਣਾ ਜੀ, ਇਹਨੇ ਮੇਰੇ ਨਾਲ ਲੜਨਾ ਜੀ। ਅੱਜ ਵੀ ਕਹਿ ਰਹੇ ਸੀ ਪ੍ਰਿੰਸੀਪਲ ਮਹਿਰੋਤਰਾ ਵੀ ਲੜ ਲਊਗਾ, ਅੱਜ ਲੜ ਲਊਗਾ, 2-4 ਦਿਨ ਲੜਦਾ ਰਹੂਗਾ ਬੱਚਾ ਤੇ ਬੱਚਾ, ਉਹ ਮਿੱਟੀ ਫੇਰ ਜਿੱਦਾਂ ਮਰਜ਼ੀ ਪੱਥ ਕੇ ਢਾਲ ਲਿਓ, ਹਫ਼ਤੇ ਬਾਅਦ ਉਹ ਠੀਕ ਹੋ ਜਾਏਗਾ। ਫਿਰ ਉਹਦਾ ਗੁੱਸਾ ਜੇ ਤੁਸੀਂ ਉਹਨੂੰ ਹਟਾਓਗੇ ਨਹੀਂ ਫਿਰ ਤੇ ਹੋਰ ਪੱਕ ਜਾਏਗਾ ਨਾ। ਇੱਟ ਸੇਕ ਲੱਗ ਕੇ ਪੱਕਦੀ ਜਾਂਦੀ ਆ, ਪੱਥਰ ਹੁੰਦੀ ਜਾਂਦੀ ਆ। ਸੋ ਇਸ ਕਰਕੇ ਬੱਚੇ ਨੂੰ ਛੋਟੀ ਏਜ ਦੇ ਵਿੱਚ ਜੇ ਕਿਸੇ ਗਲਤ ਪਾਸੇ ਲੱਗ ਵੀ ਗਿਆ ਤੇ ਪੇਰੈਂਟਸ ਨੂੰ ਟਫ ਡਿਸੀਜਨਸ ਲੈਣੇ ਪੈਣੇ ਆ। ਜੇ ਪੇਰੈਂਟਸ ਹੀ ਉਹਨਾਂ ਤੋਂ ਡਰੀ ਜਾਊ ਤੇ ਫਿਰ ਬੱਚੇ ਨੇ ਤੇ ਚੜਾਈ ਕਰੀ ਤੁਰੀ ਜਾਣੀ ਆ ਨਾ ਜੀ। ਇਸ ਕਰਕੇ ਥੋੜਾ ਜਿਹਾ ਇਹ ਪੇਰੈਂਟਸ ਵਾਲੇ ਪਾਸੇ ਨੂੰ ਜ਼ਿਆਦਾ ਫਿੰਗਰ ਉਂਗਲ ਆ ਰਹੀ ਆ ਸਕੂਲਸ ਦੇ ਵੱਲੋਂ ਕਿ ਆਪਾਂ ਨੂੰ ਥੋੜਾ ਜਿਹਾ ਟੀਮ ਅਪ ਹੋਣਾ ਪੈਣਾ ਤਾਂ ਕਿ ਸਕੂਲਾਂ ਦਾ, ਘਰਾਂ ਦਾ ਮਾਹੌਲ ਅਸੀਂ ਹੋਰ ਵੀ ਬੈਟਰ ਕਰ ਸਕੀਏ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਜਿੱਦਾਂ ਹੁਣ ਦੱਸਦੇ ਕਿ ਡਰੱਗ ਉੱਥੇ ਬੱਚੇ ਲੈ ਕੇ ਆਉਂਦੇ ਹਨ। ਪਹਿਲੀ ਗੱਲ ਤਾਂ ਉਹ ਸਕੂਲ ਦੇ ਏਰੀਆ ਦੇ ਵਿੱਚ ਉਹ ਡਰੱਗ ਵਿਕਣੀ ਨਹੀਂ ਚਾਹੀਦੀ। ਇਹ ਸਾਡੇ MP ਜਾਂ MPP ਜਿਹੜੇ ਹੈਗੇ ਆ ਉਹਨਾਂ ਨੂੰ ਇਹ ਧਿਆਨ 'ਚ ਰੱਖਣਾ ਪਊਗਾ। ਦੂਸਰੀ ਗੱਲ ਇਹ ਆ ਕਿ ਜਿੰਨੇ ਵੀ ਡਿਵਾਈਸ ਆ ਸਕੂਲਾਂ ਦੇ ਵਿੱਚ ਇਹ ਬੰਦ ਹੋਣੇ ਚਾਹੀਦੇ ਆ, ਮੋਬਾਈਲ ਜੀ, ਕਿਉਂਕਿ ਇਹ ਸਭ ਤੋਂ ਵੱਡਾ ਕ੍ਰਾਈਮ ਆ। ਕਿ ਤੁਸੀਂ ਦੇਖੋ ਉਹ ਧਿਆਨ ਹੀ ਨਹੀਂ ਦਿੰਦੇ ਆਪਣੇ, ਉਹ ਚੈਟ ਤੇ ਲੱਗੇ ਹੋਏ ਇੱਕ ਦੂਸਰੇ ਦੇ ਨਾਲ, ਪਤਾ ਨਹੀਂ ਕਿਹੜੇ ਬਾਹਰਲੇ ਬੰਦਿਆਂ ਨਾਲ ਉਹਨਾਂ ਦੀ ਚੈਟਿੰਗ ਹੋ ਰਹੀ ਆ, ਕੀ ਹੋ ਰਿਹਾ, ਉਹ ਕਮਿਊਨੀਕੇਸ਼ਨ ਹੋ ਰਿਹਾ ਕ੍ਰਾਈਮ ਵਾਸਤੇ, ਜਾਂ ਕੋਈ ਡਰੱਗ ਵੇਚਣ ਆਉਣਾ ਉਹਨੇ, ਉਹ ਸਾਰਾ ਕੁਛ ਐਵਰੀਥਿੰਗ ਔਨ ਦਾ ਫੋਨ ਜੀ। ਜਿਹੜਾ ਡਿਵਾਈਸ ਆ ਇਹ ਬਹੁਤ ਜ਼ਰੂਰੀ ਆ, ਇਹ ਬੰਦ ਹੋਣਾ ਚਾਹੀਦਾ ਬਿਲਕੁਲ। ਇਹਦੀਆਂ ਸੈਕਸ਼ਨ ਹੋਣੀ ਚਾਹੀਦੀਆਂ ਸਕੂਲ ਦੇ ਵਿੱਚ, ਨੋ ਡਿਵਾਈਸ। ਤੁਸੀਂ ਜਾਤ ਪਾਤ ਦੀ ਗੱਲ ਕੀਤੀ, ਸੌਰੀ ਜਾਤ ਪਾਤ ਵੀ ਜਿਹੜੀ ਹੈ ਪੇਰੈਂਟਸ ਤੇ ਡਿਪੈਂਡ ਕਰਦਾ। ਸਾਨੂੰ ਦੇਖੋ ਪਹਿਲੀ ਗੱਲ ਤਾਂ ਸਾਨੂੰ ਸਾਡੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਆ ਉਹਨਾਂ ਦੇ ਵਿੱਚ ਲਿਖੇ ਮਾਨਸ ਕੀ ਜਾਤ ਸਭ ਏਕ ਪਹਿਚਾਣ ਹੋ ਰਿਹਾ। ਜੌਹਰ ਸਾਹਿਬ ਮੇਰੇ ਖਿਆਲ ਇਹ ਜਿਹੜੇ ਕੁਛ ਨੁਕਤੇ ਨੇ ਉਹ ਆਲਰੇਡੀ ਤੁਹਾਡੇ ਗਿਆਨ 'ਚ ਨੇ, ਤੁਹਾਡੇ ਬਹੁਤ ਦੇਰ ਤੋਂ ਤੁਸੀਂ ਉਹਨਾਂ ਨੂੰ ਦੁਹਰਾਉਂਦੇ ਵੀ ਆਏ ਹੋ। ਤੇ ਹੁਣ ਤਾਂ ਆਪਾਂ ਇਹੀ ਹੈ ਵੀ ਕਿਤੇ ਨਾ ਕਿਤੇ ਜਿੱਥੇ ਜਿਵੇਂ
ਡਿਵਾਈਸਿਸ ਦੀ ਗੱਲ ਅਸੀਂ ਆਸਾਨੀ ਨਾਲ ਜਿਹੜੇ ਹੱਲ ਲੱਭਣ ਦੀ ਗੱਲ ਕਰਦੇ ਹਾਂ, ਉਹ ਸ਼ਾਇਦ ਉਹਨਾਂ ਨੂੰ ਕਾਨੂੰਨਨ ਤੌਰ 'ਤੇ ਉਹ ਮੁਸ਼ਕਲ ਹੋ ਜਾਣਗੇ। ਪਤਾ ਨਹੀਂ, ਸ਼ਾਇਦ ਤੁਸੀਂ ਤਾਂ ਹਾਲ ਹੀ ਸ਼ੁਰੂਆਤਾਂ ਹੋਈਆਂ ਨੇ ਕਿ ਪੀਲ ਡਿਸਟ੍ਰਿਕਟ ਐਜੂਕੇਸ਼ਨ ਬੋਰਡ ਦੇ ਵਿੱਚ ਉੱਥੇ ਸ਼ਾਇਦ ਮਤਾ ਇਸ ਤਰ੍ਹਾਂ ਦਾ ਰੱਖਿਆ ਜਾ ਸਕਦਾ ਹੋਵੇ ਕਿ ਬੱਚਿਆਂ ਨੂੰ ਬੈਨ ਕੀਤਾ ਜਾਵੇ, ਉਸ ਗੈਜਟਸ ਨਾ ਲੈ ਕੇ ਆਉਣ। ਪਤਾ ਨਹੀਂ ਜਿਵੇਂ ਹੁਣ ਜਿੱਦਾਂ ਦੇ ਗੂਗਲ ਕਲਾਸਰੂਮ ਨੇ ਜੀ, ਕਲਾਸਿਸ ਜਿਹੜੀਆਂ ਹੁਣ ਵਰਚੁਅਲ ਕਲਾਸਿਸ ਲੱਗਦੀਆਂ ਰਹੀਆਂ ਪਿਛਲੇ ਸਮੇਂ ਦੇ ਵਿੱਚ ਵੀ, ਉਹ ਅਸੀਂ ਉਸ ਹੱਦ ਤੱਕ ਉਹ ਇੱਕ ਕਨਵੀਨੀਅੰਸ ਵੀ ਕ੍ਰੀਏਟ ਕਰ ਲਈ ਹੈ। ਉਸ ਚੀਜ਼ ਨੂੰ ਮੇਰਾ ਨਹੀਂ ਖਿਆਲ ਕਿ ਇਹ ਇਸ ਤਰ੍ਹਾਂ ਕੰਪਲੀਟਲੀ ਬੈਨ ਕੀਤਾ ਜਾ ਸਕਦਾ। ਬਾਕੀ ਜੌਲ ਸਾਹਿਬ ਪ੍ਰੋਬੇਬਲੀ ਜ਼ਿਆਦਾ ਦੱਸ ਸਕਦੇ ਜੀ ਇਹਦੇ ਤੇ। ਦੇਖੋ ਜੀ, ਤੇ ਜਿਹੜੇ ਸਮਾਜ ਨੇ ਸੰਦੀਪ ਜੀ, ਡਾਕਟਰ ਸਾਹਿਬ, ਭੈਣ ਭਰਾਓ, ਵੀ ਇਹ ਨਾ ਇਹਨਾਂ ਨੇ ਆਜ਼ਾਦੀਆਂ ਦਿੱਤੀਆਂ ਨੇ ਤੇ ਆਜ਼ਾਦੀਆਂ ਖੋਈਆਂ ਨਹੀਂ, ਤਦ ਕਰਕੇ ਹੀ ਨੰਬਰ ਬਣ ਮੁਲਕ ਇਹ ਦੁਨੀਆ 'ਚ, ਤੇ ਆਪਾਂ ਇੱਧਰ ਨੂੰ ਆਉਣਾ ਚਾਹੁੰਦੇ ਹਾਂ ਵੀ ਆਜ਼ਾਦੀਆਂ ਇੱਥੇ ਹੈਗੀਆਂ ਨੇ ਜੀ। ਬਾਕੀ ਆਪਾਂ ਦੇਖ ਸਕਦੇ ਹਾਂ ਵੀ ਪਾਬੰਦੀ ਲਗਾ ਕੇ ਕੀ ਇਹ ਮਸਲਾ ਹੱਲ ਹੋ ਸਕਦਾ। ਹੁਣ ਤੁਸੀਂ ਦੇਖੋ ਵੀ ਸਕੂਲ ਨਾਲੋਂ ਵੱਧ ਸਮਾਂ ਬੱਚੇ ਦੇ ਕੋਲ ਘਰ ਜਾਂ ਸਮਾਜ ਦੇ ਵਿੱਚ ਆ। ਹੁਣ ਸਕੂਲ ਅਸੀਂ ਕੋਈ ਚੀਜ਼ ਬੈਨ ਕਰ ਦਿੱਤੀ, ਪਰ ਘਰੇ ਬੈਡਰੂਮ ਦੇ ਵਿੱਚ ਤਾਂ ਉਹ ਲੈ ਕੇ ਬੈਠਾ ਘੰਟਿਆਂ ਬੱਧੀ ਜੀ। ਹੁਣ ਜੇ ਅਸੀਂ ਘਰੋਂ ਬੈਨ ਕੀਤੀ ਨਹੀਂ ਤੇ ਸਕੂਲੇ ਅਸੀਂ ਬੈਨ ਕਰ ਲਈ, ਤੇ ਉਹਦਾ ਇੰਪੈਕਟ ਤੁਸੀਂ ਦੇਖੋ। ਸੋ ਉਹ ਚਲੋ ਟੀਚਰਸ ਦੀ ਪ੍ਰਾਈਵੇਸੀ ਰੀਜ਼ਨਸ ਕਰਕੇ ਐਕਸੈਸ ਜਿਹੜੀ ਉਹ ਫੋਨਾਂ 'ਚ ਨਹੀਂ ਹੁੰਦੀ, ਪਰ ਉਹ ਜਿਹੜਾ ਯੂਜ਼ਰ ਜਿੰਨਾ ਫਰੀਡਮ ਨਾਲ ਉਹ ਆਪਣੇ ਬੈਡਰੂਮ 'ਚ ਘਰ ਦੇ ਵਿੱਚ ਕਰ ਰਿਹਾ ਅਨਕੰਟਰੋਲਡ, ਸਕੂਲ ਦੇ ਵਿੱਚ ਤਾਂ ਉਹ ਯੂਜ਼ੇਜ ਹੈ ਹੀ ਨਹੀਂਗਾ। ਸੋ ਇਸ ਕਰਕੇ ਜੇ ਅਸੀਂ ਇਸ਼ੂ ਦੀ ਜੜ ਨੂੰ ਫੜਨਾ, ਇਸ਼ੂ ਜੜੋਂ ਖਤਮ ਕਰਨਾ, ਤਾਂ ਇਹ ਪੇਰੈਂਟਸ ਨੂੰ, ਗ੍ਰੈਂਡ ਪੇਰੈਂਟਸ ਨੂੰ ਇਹ ਕੋਸ਼ਿਸ਼ ਹੁਣ ਸ਼ੁਰੂ ਕਰਨੀ ਪਊਗੀ ਵੀ ਅਸੀਂ ਬੱਚੇ ਨੂੰ ਗ੍ਰੇਡ 12 ਜਿੰਨਾ ਚਿਰ ਪਾਸ ਨਾ ਕਰ ਜਾਏ ਲੈ ਕੇ ਹੀ ਨਹੀਂ ਦੇਣਾ ਫੋਨ ਤੇ ਕੋਈ ਗੱਜਟ, ਕਿਉਂਕਿ ਲੋੜ ਹੈ ਹੀ ਨਹੀਂ ਜੀ। ਜੇ ਲੋੜ ਹੋਊਗੀ ਫੋਨ ਦੀ ਜਾਂ ਜੋ ਵੀ ਉੱਥੇ ਤੁਹਾਨੂੰ ਟੈਬਲੇਟ ਚਾਹੀਦਾ, ਸਕੂਲ ਪ੍ਰੋਵਾਈਡ ਕਰਦਾ ਜੀ ਸਕੂਲ ਦੇ ਟਾਈਮ ਦੇ ਵਿੱਚ, ਹੈ ਨਾ। ਸੋ ਘਰੇ ਜਿੰਨਾ ਕੁ ਤੁਸੀਂ ਓਬਜ਼ਰਵ ਕਰਕੇ ਕੰਪਿਊਟਰ ਦੀ ਜ਼ਰੂਰਤ ਹੈਗੀ, ਇੰਟਰਨੈਟ ਦੀ ਜ਼ਰੂਰਤ ਹੈਗੀ, ਠੀਕ ਹੈ, ਉਹ ਕੀਤਾ ਜਾ ਸਕਦਾ। ਪਰ ਫੋਨ ਦੀ, ਟੈਬਲੇਟ ਦੀ ਹਰਗਿਜ਼ ਬੱਚੇ ਨੂੰ ਕੋਈ ਰਿਕੁਆਇਰਮੈਂਟ, ਕੋਈ ਨੀਡ ਸਕੂਲ ਐਜੂਕੇਸ਼ਨ ਸਿਸਟਮ 'ਚ ਨਹੀਂ ਹੈਗੀ। ਇਹ ਜੇ ਉਹਨੂੰ ਲੈ ਕੇ ਹੀ ਨਹੀਂ ਦਿਓਗੇ ਤੇ ਇਹ ਚੈਟਿੰਗ ਦੀਆਂ, ਵਾਇਲੈਂਸ ਦੀਆਂ, ਹਰਾਸਮੈਂਟ ਦੀਆਂ, ਇਹ ਸਾਰੇ ਇਸ਼ੂਜ਼ ਜਿਹੜੇ ਪਨਪਣਗੇ ਹੀ ਨਹੀਂ। ਤੁਸੀਂ ਦੇਖਿਓ ਅੱਜ ਕੱਲ੍ਹ ਤੀਸਰੀ ਧਿਰ ਜੇ ਇੰਟਰਨੈਟ ਆ ਵੀ ਬੱਚਿਆਂ ਨੂੰ, ਯੂਥ ਜਨਰੇਸ਼ਨ ਨੂੰ ਉਹ ਪਾਲ ਰਿਹਾ, ਤੇ ਉਹਦੇ ਵਿੱਚ ਜੇ ਅਸੀਂ ਪੋਜ਼ਿਟਿਵਿਟੀ ਦਿਆਂਗੇ, ਢੁਕਵੇਂ ਸਮੇਂ ਦੇ ਵਿੱਚ ਬੱਚੇ ਨੂੰ ਗੈਜਟ ਮਿਲੇਗੀ ਤੇ ਉਹਨੂੰ ਉਹ ਮੈਚੋਰਿਟੀ ਦੇ ਨਾਲ ਜਿਹੜੀ ਉਹ ਯੂਜ਼ ਕਰ ਪਾਏਗਾ। ਇਫੈਕਟਿਵ ਇਹ ਰਹੂਗਾ ਵੀ 12 ਗ੍ਰੇਡ ਤੱਕ ਸਕੂਲ ਦੇ ਵਿੱਚ ਬੱਚੇ ਨੂੰ ਕੈਸ਼ ਕ੍ਰੈਡਿਟ ਕਾਰਡ ਦੀ ਲੋੜ ਨਹੀਂ, ਬੱਚੇ ਨੂੰ ਉੱਥੇ ਫੋਨ ਦੀ ਕੋਈ ਜ਼ਰੂਰਤ ਨਹੀਂ, ਤੇ ਘਰ ਦੇ ਵਿੱਚ ਵੀ ਜ਼ਰੂਰਤ ਨਹੀਂ। ਇਸ ਕਰਕੇ ਪੇਰੈਂਟਸ ਨੂੰ ਇੱਥੋਂ ਸ਼ੁਰੂਆਤ ਕਰਨੀ ਪਏਗੀ ਕਿ ਅਸੀਂ ਇਹ ਚੀਜ਼ਾਂ ਬੱਚੇ ਨੂੰ ਦੇਣੀਆਂ ਹੀ ਨਹੀਂ। ਜੀ ਬਿਲਕੁਲ। ਔਰ ਜੌਲ ਸਾਹਿਬ, 2-3 ਟੈਕਸਟ ਵੀ ਆਏ, ਮੈਂ ਵੈਸੇ ਕੁਇਕਲੀ ਪੜ੍ਹਦਾ ਜੀ। ਇੱਕ ਹੈਗੇ ਨੇ ਜੀ ਇਸ਼ਟ ਮਹਿਤਾ ਜੀ, ਉਹਨਾਂ ਨੇ ਲਿਖ ਕੇ ਇਹੀ ਭੇਜਿਆ ਕਿ ਜਿਹੜੇ ਪੇਰੈਂਟਸ ਨੇ ਉਹ ਬਹੁਤ ਹੱਦ ਤੱਕ ਜੀ ਜ਼ਿੰਮੇਵਾਰ ਨੇ ਕਿ ਉਹ ਬੱਚੇ ਜਿਹੜੇ ਘਰ ਦੇ ਵਿੱਚ ਹੀ ਪੇਰੈਂਟਸ ਦੇ ਕੋਲੋਂ ਜਾਂ ਗ੍ਰੈਂਡ ਪੇਰੈਂਟਸ ਦੇ ਕੋਲੋਂ ਜੋ ਪਹਿਲਾਂ ਸ਼ੁਰੂ ਦੇ ਵਿੱਚ ਉਹ ਸਿੱਖਦੇ, ਔਰ ਜਿਹੜੀ ਜੱਟਵਾਦ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ। ਉਹ ਕਹਿੰਦੇ ਪੰਜਾਬੀ ਫਿਲਮਾਂ ਦੇ ਵਿੱਚ ਤੇ ਪੰਜਾਬੀ ਗੀਤਾਂ ਦੇ ਵਿੱਚ ਵੀ ਬਹੁਤ ਇਸ ਨੂੰ ਜੋ ਉਭਾਰਿਆ ਗਿਆ, ਇਸ ਕਰਕੇ ਸ਼ਾਇਦ ਉਹਦਾ ਵੀ ਇੰਪੈਕਟ ਹੁੰਦਾ। ਔਰ ਪਰਵਿੰਦਰ ਕੌਰ ਭੈਣ ਜੀ ਨੇ ਓਕਵਿਲ ਤੋਂ, ਉਹਨਾਂ ਨੇ ਵੀ ਟੈਕਸਟ ਮੈਸੇਜ ਭੇਜਿਆ ਜੀ, ਐਂਡ ਸ਼ੀ ਹੈਜ਼ ਅ ਪੁਆਇੰਟ। ਸ਼ੀ ਸੇਜ਼ ਕਿ ਵੀ ਜਿਹੜਾ ਜੀ ਪੇਰੈਂਟਸ ਦੇ ਵਾਸਤੇ ਵੀ ਕੁਝ ਵਰਕਸ਼ਾਪਸ ਨੇ ਉਹ ਹੋਣੀਆਂ ਚਾਹੀਦੀਆਂ ਨੇ, ਜਿਹਦੇ ਵਿੱਚ ਇਹ ਉਹਨਾਂ ਨੂੰ ਦੱਸਿਆ ਜਾਵੇ ਕਿ ਭਾਈ ਤੁਸੀਂ ਆਹ ਗੱਲਾਂ ਕਰਨੀਆਂ ਤਾਂ ਨਹੀਂ ਕਰਨੀਆਂ। ਜਿਹੜੀ ਨੈਗੇਟਿਵ ਟਾਕ ਹੈ ਨਾ, ਉਸ ਤਰ੍ਹਾਂ ਜਾਂ ਜੱਟਵਾਦ ਦੀ ਗੱਲ ਹੈ ਜਿਵੇਂ, ਉਹਨਾਂ ਨੂੰ ਵੀ ਸਿਖਾਇਆ ਜਾਵੇ। ਅਸੀਂ ਪਿਛਲੇ ਦਿਨਾਂ ਵਿੱਚ ਵੀ ਗੱਲ ਕੀਤੀ ਸੀ ਕਿ ਪੇਰੈਂਟਿੰਗ ਜਿਹੜੀ ਹੈ ਜੀ, ਉਹਦੀਆਂ ਪ੍ਰੋਪਰ ਕਲਾਸਿਸ ਹੋਣੀਆਂ ਚਾਹੀਦੀਆਂ। ਇਹ ਤਾਂ ਐਵੇਂ ਹੈ ਜਿਵੇਂ ਬਸ ਐਡਾ ਵੱਡਾ ਪ੍ਰੋਜੈਕਟ ਹੈ ਬੱਚਿਆਂ ਨੂੰ ਪਾਲਣ ਦਾ, ਤੇ ਅਸੀਂ ਤੇ ਬਸ ਐਵੇਂ ਚੜ ਜਾਂਦੇ ਹਾਂ ਜੀ। ਕਲਾਸਿਸ ਹੈਗੀਆਂ ਨੇ, ਹੈ ਨਾ, ਪ੍ਰਾਈਵੇਟਲੀ ਕਲਾਸਿਸ ਲੋਕੀ ਲੈਂਦੇ ਨੇ, ਪਰ ਤੁਸੀਂ ਕਿਸੇ ਪੇਰੈਂਟ ਨੂੰ ਪੰਜਾਬੀ ਨੂੰ ਕਹਿ ਕੇ ਦੇਖਿਓ, ਸਾਰਿਆਂ ਨੇ ਪਾਲੇ ਆ, ਸਾਨੂੰ ਪਤਾ, ਸਾਨੂੰ ਬੱਚੇ ਨੇ ਪਾਲਣੇ ਆਉਣੇ। ਜੌਲ ਸਾਹਿਬ, ਅੱਜ ਤਾਂ ਤੁਹਾਡਾ ਜੀ ਮੇਰਾ ਖਿਆਲ ਵਕਤ ਅਸੀਂ ਅਧਿਕਾਰ ਤੋਂ ਸਮਝ ਤੋਂ ਵੱਧ ਲੈ ਲਿਆ। ਬੇਹੱਦ ਸ਼ੁਕਰੀਆ। ਚਲੋ ਆਪਣੇ ਕੋਈ ਜ਼ਰੂਰੀ ਮਸਲੇ, ਔਰ ਤੁਸੀਂ ਕਿਉਂਕਿ ਲਗਾਤਾਰ ਜੀ ਇਸ ਪਾਸੇ ਲੱਗੇ ਹੋ ਸ਼ਿੱਦਤ ਦੇ ਨਾਲ, ਔਰ ਤੁਹਾਨੂੰ ਇਸ ਗੱਲ ਦੀਆਂ ਫਿਰ ਬਹੁਤ ਮੁਬਾਰਕਾਂ। ਜਿੱਥੇ ਜਿੱਥੇ ਵੀ ਜੀ ਅਸੀਂ ਮੀਡੀਆ ਦੇ ਤੌਰ 'ਤੇ ਜਾਂ ਰੇਡੀਓ ਸਰਗਮ ਦੇ ਤੌਰ 'ਤੇ ਉਹਦੇ ਵਿੱਚ ਕੋਈ ਵੀ ਯੋਗਦਾਨ ਪਾਉਣ ਦੇ ਕਾਬਲ ਹੈ, ਤੇ ਅਸੀਂ ਜੀ ਹਮੇਸ਼ਾ ਹਾਜ਼ਰ ਹਾਂ। ਤੁਹਾਡਾ ਬੇਹੱਦ ਸ਼ੁਕਰੀਆ, ਬਹੁਤ ਮਿਹਰਬਾਨੀ ਜੀ। ਸਰਗਮ ਦੀ ਸਮੁੱਚੀ ਟੀਮ ਦਾ, ਡਾਕਟਰ ਸਾਹਿਬ ਤੁਹਾਡਾ, ਸੰਦੀਪ ਜੀ, ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ ਹੈ, ਕਿਉਂਕਿ ਤੁਸੀਂ ਬਹੁਤ ਵੱਡਾ ਕੰਟਰੀਬਿਊਸ਼ਨ ਪਾਇਆ, ਇੰਨਾ ਤੁਸੀਂ ਸਮਾਂ ਅੱਜ ਦੇ ਇਸ ਪ੍ਰੋਗਰਾਮ ਨੂੰ ਦਿੱਤਾ ਜੀ। ਮੇਰਾ ਤੇ ਚਲੋ ਸਾਰਾ ਸਮਾਂ ਭੈਣ ਭਰਾਵਾਂ ਦਾ ਹੀ ਹੈ। ਸੋ ਕੁੱਲ ਮਿਲਾ ਕੇ ਇਹ ਆ ਜੀ ਵੀ ਅਸੀਂ ਇਹ ਦੇਖ ਰਹੇ ਹਾਂ ਵੀ ਇਹ
ਅਸੀਂ ਕੋਸ਼ਿਸ਼ ਕਰ ਰਹੇ ਹਾਂ ਡਾਕਟਰ ਸਾਹਿਬ ਕਿ ਬੋਰਡ ਲੈਵਲ ਤੇ ਕੋਈ ਨਾ ਕੋਈ ਅਸੀਂ ਪੇਰੈਂਟਸ ਗ੍ਰੈਂਡ ਪੇਰੈਂਟਸ ਵਾਸਤੇ ਅਵੇਅਰਨੈਸ ਵੀ ਇਹ ਰੇਸਿਜ਼ਮ ਬੁਲਿੰਗ ਦੇ ਬਾਰੇ 'ਚ ਵੀ ਇੱਦਾਂ ਦੀ ਸਿੱਖਿਆ ਬੱਚਿਆਂ ਨੂੰ ਘਰਾਂ ਤੋਂ ਮਿਲੇ ਨਾ ਵੀ ਜੱਟੀ ਹੋਣੀ ਚਾਹੀਦੀ ਆ, ਜਾਟੀ ਹੋਣਾ ਚਾਹੀਦਾ ਹਨਾ ਵਗੈਰਾ ਵਗੈਰਾ। ਸੋ ਵੀ ਇਹਦੇ ਗਾਂ ਇੰਪੈਕਟਸ ਕੀ ਆ ਸਾਡੇ ਕੋਲ ਜਿਹੜੀਆਂ ਪਾਲਿਸੀਜ਼ ਬਣੀਆਂ ਹੋਈਆਂ ਨਾ ਵੀ ਜੇ ਉੱਥੇ ਐਨ ਵਰਡ ਬੱਚੇ ਨੇ ਕੋਈ ਇਹ ਡਿਸਕ੍ਰਿਮੀਨੇਟਰੀ ਸਲਰ ਜਿਹੜੀ ਯੂਜ਼ ਕਰ ਲਈ ਤੇ ਸਸਪੈਂਸ਼ਨ ਮੈਂਡੇਟੋਰੀ ਆ। ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਸਸਪੈਂਡ ਨਹੀਂ ਕਰਨਾ ਸੀ ਕੁਝ ਹੋਰ ਕਰ ਲੈਂਦੇ, ਸਸਪੈਂਸ਼ਨ ਮੈਂਡੇਟੋਰੀ ਆ। ਸੋ ਇਸ ਕਰਕੇ ਇਹ ਸਾਨੂੰ ਥੋੜਾ ਜਿਹਾ ਵੀ ਅਵੇਅਰਨੈਸ ਕੋਸ਼ਿਸ਼ ਕਰ ਰਹੇ ਹਾਂ ਵੀ ਇੱਥੇ ਕੰਪੇਨ ਜਿਹੜੀ ਵਿੱਢੀ ਜਾਵੇ ਬੋਰਡ ਵਾਈਡ ਹੀ। ਪਰ ਜਿੱਦਾਂ ਹੁਣ ਆਪਾਂ ਦੇਖ ਰਹੇ ਹਾਂ ਵੀ ਜੇ 300 ਦੇ ਵਿੱਚੋਂ ਉੱਥੇ ਆਉਣਾ ਹੀ 8 ਬੰਦਿਆਂ ਨੇ ਆ ਜੀ ਤੇ ਫਿਰ ਉਹ ਸਾਡੀ ਕੰਪੇਨ ਵਿੱਢੀ ਦਾ ਅਸਰ ਕੀ ਪਊਗਾ ਵੀ ਜੇ ਉੱਥੇ ਪੇਰੈਂਟਸ ਗ੍ਰੈਂਡ ਪੇਰੈਂਟਸ ਆਏ ਹੀ ਨਾ ਜਿਨ੍ਹਾਂ ਦੀ ਅਵੇਅਰਨੈਸ ਵਾਸਤੇ ਉਹ ਕੀਤਾ ਜਾਣਾ। ਸੋ ਇਸ ਕਰਕੇ ਭੈਣ ਭਰਾਵਾਂ ਨੂੰ ਆਉਣਾ ਆਪ ਪੈਣਾ ਤੇ ਥੋੜੀ ਜਿਹੀ ਐਫਰਟ ਸ਼ਾਇਦ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦਾ ਜ਼ਿਕਰ ਜ਼ਰੂਰ ਕਰਾਂਗੇ ਜੀ। ਬਿਲਕੁਲ ਜੀ, ਅਗੇਨ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਪਣੀ ਜੀ ਗੱਲਬਾਤ ਹੁੰਦੀ ਰਹਿਣੀ ਹੈ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ।